ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਗੁਰਬਾਣੀ ਗਿਆਨ ਪ੍ਰੋਗਰਾਮ। ਮੈਂ ਹਾਂ ਗੁਰਦੇਵ ਸਿੰਘ। ਇਹ ਪ੍ਰੋਗਰਾਮ ਉਹਨਾਂ ਗੁਰਮੁਖ ਪਿਆਰਿਆਂ ਲਈ ਹੈ ਜੋ ਗੁਰਬਾਣੀ ਨੂੰ ਪਿਆਰ ਕਰਦੇ ਨੇ, ਗੁਰਬਾਣੀ ਦੀ ਸਾਧਨਾ ਕਰਦੇ ਨੇ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਗੁਰਬਾਣੀ ਨਾਲ ਸੰਬੰਧਿਤ ਕੋਈ ਵੀ ਸਵਾਲ ਤੁਹਾਡੇ ਜੋ ਮਨ ਵਿੱਚ ਹੈ ਉਹ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਰ ਸਕਦੇ ਹੋ। ਗੁਰਬਾਣੀ ਦੇ ਉਚਾਰਨ ਨਾਲ, ਗੁਰਬਾਣੀ ਦੀਆਂ ਲਗਾ ਮਾਤਰਾ ਨਾਲ, ਗੁਰਬਾਣੀ ਦੀ ਵਿਆਕਰਨ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਹਾਡੇ ਮਨ ਦੇ ਵਿੱਚ ਗੁਰਬਾਣੀ ਦੇ ਨੂੰ ਲੈ ਕੇ ਹੈ ਉਹ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ। ਸੋ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਇੱਕ ਮਹਾਨ ਸ਼ਖਸੀਅਤ ਗਿਆਨੀ ਸਾਹਿਬ ਸਿੰਘ ਜੀ ਮਾਰਕੰਡੇ ਵਾਲੇ ਉਹ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣਗੇ। ਆਓ ਸਭ ਤੋਂ ਪਹਿਲਾਂ ਗਿਆਨੀ ਜੀ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜੋ ਪ੍ਰੋਗਰਾਮ ਹੈ ਇਹ ਨਰੋਲ ਗੁਰਬਾਣੀ ਉੱਤੇ ਆਧਾਰਿਤ ਹੈ ਅਤੇ D5 ਚੈਨਲ ਦਾ ਇਹ ਇੱਕ ਧਾਰਮਿਕ ਉਪਰਾਲਾ ਉਹਨਾਂ ਗੁਰਮੁਖ ਪਿਆਰਿਆਂ ਲਈ ਹੈ ਜੋ ਗੁਰਬਾਣੀ ਨਾਲ ਪ੍ਰੇਮ ਕਰਦੇ ਨੇ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਗੁਰਬਾਣੀ ਨਾਲ ਸੰਬੰਧਿਤ ਕੋਈ ਵੀ ਜੋ ਸਵਾਲ ਹੈ ਉਹ ਤੁਸੀਂ ਸਾਨੂੰ ਫੋਨ ਰਾਹੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ। ਸਾਡਾ ਫ਼ੋਨ ਨੰਬਰ ਤੁਹਾਡੀ ਸਕਰੀਨ 'ਤੇ ਆ ਰਿਹਾ ਹੈ। ਸਾਡਾ ਫ਼ੋਨ ਨੰਬਰ ਹੈ 8875588829। ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਆਪਣਾ ਸਵਾਲ ਰੱਖ ਸਕਦੇ ਹੋ। ਇਹ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਜਦੋਂ ਵੀ ਗੁਰਬਾਣੀ ਪੜ੍ਹਦੇ ਹਾਂ ਜਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਜਾਂ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਸਾਡੇ ਵਿੱਚ ਮਨਾਂ ਦੇ ਵਿੱਚ ਕਈ ਸਵਾਲ ਐਸੇ ਆ ਜਾਂਦੇ ਨੇ ਜਿਨ੍ਹਾਂ ਦੇ ਸਾਨੂੰ ਕਈ ਵਾਰੀ ਅਰਥ ਜਾਂ ਉਹਨਾਂ ਦੇ ਅਰਥਾਂ ਦਾ ਜਾਂ ਉਹਨਾਂ ਦੇ ਉਚਾਰਨ ਬਾਰੇ ਸਾਨੂੰ ਭੁਲੇਖਾ ਲੱਗ ਜਾਂਦਾ ਹੈ ਅਤੇ ਅਸੀਂ ਜਾਣਨਾ ਵੀ ਚਾਹੁੰਦੇ ਆ ਵੀ ਉਹਨੂੰ ਅਸੀਂ ਕਿਸ ਤਰ੍ਹਾਂ ਸਹੀ ਜਾਣਿਆ ਜਾ ਸਕੇ। ਅਤੇ ਇਹੋ ਜਿਹੇ ਸਵਾਲ ਜਿਹੜੇ ਹੈਗੇ ਆ ਇਹ ਸਾਨੂੰ ਬੜੀ ਮਿਹਨਤ ਦੇ ਨਾਲ ਜਿਹੜੇ ਹੈ ਇਹ ਪਤਾ ਲੱਗਦੇ ਨੇ ਅਤੇ ਜਿਨ੍ਹਾਂ ਨੇ ਇਸ ਫੀਲਡ ਦੇ ਵਿੱਚ ਜਿਹੜੇ ਵਿਚਰੇ ਨੇ ਜਾਂ ਫਿਰ ਉਹੀ ਸਾਨੂੰ ਇਹ ਦੱਸ ਸਕਦੇ ਨੇ। ਅਤੇ ਗਿਆਨੀ ਸਾਹਿਬ ਸਿੰਘ ਜੀ ਜਿਨ੍ਹਾਂ ਨੂੰ ਸਾਰਾ ਪੰਥ ਹੀ ਜਾਣਦਾ ਹੈ ਉਹਨਾਂ ਨੇ ਬੜੀ ਵੱਡੀ ਘਾਲਣਾ ਕੀਤੀ ਹੈ। ਉਮਰ ਦਾ ਵੱਡਾ ਹਿੱਸਾ ਉਹਨਾਂ ਨੇ ਸਮਾਂ ਜਿਹੜਾ ਹੈ ਗੁਰਬਾਣੀ ਦੀ ਸਾਧਨਾ ਵਿੱਚ ਲਾਇਆ ਹੈ ਅਤੇ ਜਗ੍ਹਾ ਜਗ੍ਹਾ 'ਤੇ ਜਾ ਕੇ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਵੀ ਕੀਤਾ ਹੈ। ਸਾਰੇ ਜਾਣਦੇ ਨੇ ਉਹਨਾਂ ਕੋਲੋਂ ਸਿੱਖੇ ਬਹੁਤ ਸਾਰੇ ਗੁਰਮੁਖ ਪਿਆਰੇ ਰਾਗੀ, ਗੁਰਮੁਖ ਪਿਆਰੇ ਗ੍ਰੰਥੀ, ਕਥਾਵਾਚਕ ਦੁਨੀਆ ਭਰ ਦੇ ਵਿੱਚ ਆਪਣਾ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਨੇ। ਸੋ ਉਹ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਅਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਜ਼ਿਆਦਾ ਤੋਂ ਜ਼ਿਆਦਾ ਸਾਡੇ ਇਸ ਪ੍ਰੋਗਰਾਮ ਨਾਲ ਜੁੜੋ ਅਤੇ ਨਾਲ ਦੀ ਨਾਲ ਇਹ ਵੀ ਬੇਨਤੀ ਹੈ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਬਹੁਤ ਸਾਰੇ ਗੁਰਸਿੱਖ ਜਿਨ੍ਹਾਂ ਕੋਲ ਇਹ ਪ੍ਰੋਗਰਾਮ ਅਜੇ ਨਹੀਂ ਪਹੁੰਚ ਰਿਹਾ ਅਤੇ ਉਹ ਵੀ ਆਪਣੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਉਹ ਵੀ ਕਰ ਸਕਣ ਕਿਉਂਕਿ ਇਸ ਪ੍ਰੋਗਰਾਮ ਦਾ ਵੱਧ ਤੋਂ ਵੱਧ ਅਸੀਂ ਲਾਹਾ ਲੈ ਸਕੀਏ। ਸੋ ਜਦ ਤੱਕ ਤੁਹਾਡੇ ਫੋਨਾਂ ਦੀ ਅਸੀਂ ਉਡੀਕ ਕਰਦੇ ਹਾਂ ਅਤੇ ਬਾਪੂ ਜੀ ਕੁਝ ਸਵਾਲ ਸਾਡੇ ਆਪਣੇ ਪਿੱਛੇ ਰਹਿ ਗਏ ਨੇ ਉਹ ਸਵਾਲ ਆਪਾਂ ਜਦ ਤੱਕ ਕਰ ਲੈਂਦੇ ਹਾਂ। ਪਹਿਲਾ ਸਵਾਲ ਸੀ ਬਾਪੂ ਜੀ ਬਾਣੀ ਦੀ ਸੰਥਿਆ, ਵੀ ਸੰਥਿਆ ਤੋਂ ਕੀ ਭਾਵ ਹੈ? ਸੰਥਿਆ ਸ਼ਬਦ ਬਾਣੀ ਦੇ ਲਈ ਕਿਉਂ ਵਰਤਿਆ ਜਾਂਦਾ ਹੈ ਜਦੋਂ ਬਾਣੀ ਦਾ ਜਦੋਂ ਸਿਖਲਾਈ ਲੈਂਦੇ ਆ? ਸੰਥਾ ਦੇ ਅਖਰੀ ਅਰਥ ਸਿਖਾਉਣਾ ਹੀ ਹੈ ਜੀ। ਭਾਵ ਪੜ੍ਹਨਾ, ਵਿਚਾਰਨਾ, ਠੀਕ ਵਿਸਰਾਮ ਦੇਣੇ ਔਰ ਉਹਦੀਆਂ ਲਗਾ ਮਾਤਰਾਂ ਦੀ ਸੋਝੀ ਹੋਣੀ, ਇਹਨੂੰ ਹੀ ਸੰਥਾ ਕਿਹਾ ਜਾਂਦਾ। ਇਹ ਸ਼ਬਦ ਪੁਰਾਤਨ ਕਾਲ ਤੋਂ ਵਿਦਿਆਲਿਆਂ ਵਿੱਚ ਵਰਤਾ ਜਾਂਦਾ ਹੈ ਕਿ ਵਿਦਿਆਰਥੀਆਂ ਨੂੰ ਸੰਥਾ ਦੇਣੀ ਭਾਵ ਪੜ੍ਹਨ ਦੀ ਜਾਂਚ ਦੱਸਣੀ। ਇਹਦੇ ਨਾਲ ਸੰਸਥਾ ਦੇ ਨਾਲ ਤਾਂ ਨਹੀਂ ਕੋਈ ਦਾ? ਨਹੀਂ, ਸੰਸਥਾ ਨਾਲ ਤੇ ਸਾਰੀਆਂ ਸੰਸਥਾਵਾਂ ਹੁੰਦੀਆਂ ਨੇ ਜੀ। ਗੁਰੂ ਘਰਾਂ ਦੇ ਅੰਦਰ ਬਚਪਨ ਤੋਂ ਸੁਣਦੇ ਆਏ ਹਾਂ ਜੀ ਕਿ ਬਾਣੀ ਦੀ ਸੰਥਾ ਕਰਨੀ ਜ਼ਰੂਰੀ ਹੈ। ਜੀ ਜੀ। ਸੰਥਾ ਦਾ ਮਤਲਬ ਹੈ ਕਿਸੇ ਤੋਂ ਉਹਦਾ ਉਚਾਰਨ ਸਿੱਖਣਾ ਜੀ ਜ਼ਰੂਰੀ ਹੈ ਜੀ ਔਰ ਇਸੇ ਨੂੰ ਸੰਥਾ ਕਿਹਾ ਜਾਂਦਾ। ਜੀ ਜੀ। ਗੁਰਬਾਣੀ ਤੋਂ ਇਲਾਵਾ ਕੋਈ ਹੋਰ ਪਾਸੇ ਕੋਈ ਹੋਰ ਸਕੂਲ ਕਿਸੇ ਵੀ ਜਗ੍ਹਾ ਇਹ ਸ਼ਬਦ ਨਹੀਂ ਵਰਤਿਆ ਜਾਂਦਾ? ਨਹੀਂ, ਪੁਰਾਤਨ ਜਿਹੜੀਆਂ ਵਿਦਿਆਲੇ ਸਨ ਜਾਂ ਪਾਠਸ਼ਾਲਾ ਸਨ ਜੀ ਉਹਨਾਂ ਵਿੱਚ ਸੰਥਾ ਸ਼ਬਦ ਆਮ ਵਰਤਿਆ ਜਾਂਦਾ ਹੈ ਜੀ। ਇਹ ਕੋਈ ਅਸੀਂ ਅਚੰਭੇ ਵਾਲੀ ਗੱਲ ਨਹੀਂ ਹੈਗੀ ਜੀ। ਤੇ ਗੁਰੂ ਘਰਾਂ ਵਿੱਚ ਤੇ ਦਾਸ ਬਚਪਨ ਤੋਂ ਦੇਖ ਰਿਹਾ ਜੀ ਕਿ ਬਾਣੀ ਪੜ੍ਹਨ ਪੜ੍ਹਾਉਣ ਦੀ ਜਿਹੜੀ ਜਾਂਚ ਹੈ, ਵਿਧੀ ਹੈ ਜੀ, ਮੈਥਡ, ਤਰੀਕਾ ਵੀ ਜੀ, ਇਹਨੂੰ ਸੰਥਾ ਹੀ ਕਹਿੰਦੇ। ਜੀ ਜੀ।
ਸੰਸਥਾ ਨਾਲ ਇਹਦਾ ਕੋਈ ਤਲਕ ਨਹੀਂ। ਕੋਈ ਠੀਕ ਹੈ ਜੀ। ਇੱਕ ਗੁਰਬਾਣੀ ਦੇ ਵਿੱਚ ਘਰ ਸ਼ਬਦ ਜਿਹੜਾ ਉਹ ਆਂਦਾ, ਇਹਦੇ 17 ਘਰ ਜਿਹੜੇ ਆ, 17 ਤੱਕ ਘਰਾਂ ਦੀ ਗਿਣਤੀ ਆਂਦੀ ਹੈ ਜੀ। ਇਹ ਜਿਹੜਾ ਇਹਨਾਂ ਦਾ ਸੰਬੰਧ ਕੀਰਤਨ ਦੇ ਨਾਲ ਹੈ ਜਾਂ ਫਿਰ ਪਾਠ ਦੇ ਉਚਾਰਨ ਕਰਨ ਦੇ ਨਾਲ ਹੈ? ਨਹੀਂ, ਜਿੱਥੇ ਤੇ ਮਹਾਰਾਜ ਨੇ ਸਿਰਲੇਖ ਦੇ ਵਿੱਚ ਕੋਈ ਸੇਧ ਦਿੱਤੀ ਹੈ ਜੀ, ਜਿਵੇਂ ਗੁਜਰੀ ਮਹਲਾ ਚੌਥਾ ਘਰ ਤੀਜਾ, ਜੀ ਤੇ ਇਹਦਾ ਮਤਲਬ ਉਚਾਰਨ ਤੇ ਇਹਦਾ ਕਰਨਾ ਹੀ ਕਰਨਾ ਹੈ। ਜੀ, ਬਾਕੀ ਕਿਉਂਕਿ ਸਾਰੀ ਗੁਰਬਾਣੀ ਰਾਗਾਂ ਵਿੱਚ ਹੈ। ਜੀ 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 ਹਾਂ, ਕੁਝ ਬਾਣੀਆਂ ਰਾਗ ਮੁਕਤ ਵੀ ਹਨ, ਜੀ ਜਿਵੇਂ ਗੌੜੀ ਸੁਖਮਨੀ ਹੈ, ਜੀ ਗੌੜੀ 52 ਅੱਖਰੀ ਹੈ, ਹਾਂਜੀ ਭਗਤ ਕਬੀਰ ਜੀ ਦੇ ਸ਼ਲੋਕ ਨੇ, ਫਰੀਦ ਜੀ ਦੇ ਸ਼ਲੋਕ ਨੇ। ਜੀ ਉਹਨਾਂ ਨੂੰ ਅਸੀਂ ਰਾਗ ਜਪਜੀ ਸਾਹਿਬ ਹੈ, ਜੀ। ਇਹ ਰਾਗ ਮੁਕਤ ਬਾਣੀਆਂ ਨੇ। ਗੋੜੀ ਸੁਖਮਨੀ ਤਾਂ ਗੋੜੀ ਰਾਗ 'ਚ ਹੀ ਹੋ ਗਈ ਨੇ। ਨਹੀਂ, ਰਾਗ ਵਿੱਚ ਤਾਂ ਹੈ ਜੀ, ਪਰ ਉਹਨਾਂ ਤੇ ਉਹ ਗੱਲ ਮੁਕਤ ਮਤਲਬ ਨਹੀਂ ਲੱਗਦੀ ਘਰ ਵਾਲੀ। ਓਕੇ। ਪਰ ਕਹਿਣ ਦਾ ਭਾਵ ਇਹ ਹੈ ਜੀ, ਕਿ ਰਾਗ ਮੁਕਤ ਬਾਣੀਆਂ ਜਿਹੜੀਆਂ ਨੇ ਉਹਨਾਂ ਤੇ ਘਰਾਂ ਦੀ ਕੋਈ ਪਾਬੰਦੀ ਨਹੀਂ। ਜੀ ਹਾਂ, ਸ਼ਲੋਕ ਜਿਹੜਾ ਹੈ ਇਹ ਕਵਿਤਾ ਦਾ ਇੱਕ ਰੂਪ ਹੈ। ਜੀ ਇਹ ਹੈ ਇੱਕ ਵੱਖਰਾ ਸਬਜੈਕਟ। ਜੀ ਜੇ ਦੋ ਪੰਕਤੀਆਂ ਦਾ ਹੋਵੇ ਤਾਂ ਉਹਨੂੰ ਦੋਹਰਾ ਕਹਿੰਦੇ ਨੇ। ਜੀ ਇਹਦੇ ਵਿੱਚ ਮਾਤਰਕ ਛੰਦ ਵੀ ਹੁੰਦੇ ਨੇ, ਜੀ ਗਣਕ ਛੰਦ ਵੀ ਹੁੰਦੇ ਨੇ। ਜੀ ਪਰ ਹੁਣ ਕਿਉਂਕਿ ਆਮ ਕਵੀ ਜਿਹੜੇ ਨੇ ਉਹ ਖੁੱਲੀ ਕਵਿਤਾ ਲਿਖਣ ਵੱਲ ਤੁਰ ਪਏ ਨੇ। ਹਾਂਜੀ, ਪੁਰਾਤਨ ਕਵੀ ਜਿਹੜੇ ਸਨ ਉਹ ਦੋਹਰਾ ਲਿਖਦੇ ਸਨ, ਸੋਰਠਾ ਲਿਖਦੇ ਸਨ, ਜੀ ਕਵਿਤ ਲਿਖਦੇ ਸਨ, ਸਵਈਏ ਲਿਖਦੇ ਸਨ। ਜੀ ਕਿਉਂਕਿ ਜਿਨ੍ਹਾਂ ਉਸਤਾਦਾਂ ਕੋਲ ਅਸੀਂ ਪੜ੍ਹੇ ਹਾਂ ਉਹਨਾਂ ਨੇ ਬਾਕਾਇਦਾ ਜੀ ਇਹ ਛੰਦ ਦੱਸੇ ਔਰ ਇਹਨਾਂ ਦੀਆਂ ਮਾਤਰਾ ਵੀ ਦੱਸੀਆਂ। ਜੀ ਪਰ ਜਿਹੜਾ ਤੁਹਾਡਾ ਸਵਾਲ ਹੈ ਗੁਰਬਾਣੀ ਦੇ ਘਰ ਬਾਰੇ, ਜੀ ਉਹ ਸਾਰੀ ਗੁਰਬਾਣੀ 17 ਘਰਾਂ ਵਿੱਚ ਹੈ ਜੀ ਤੇ ਇਹਦਾ ਸੰਬੰਧ ਸਿੱਧਾ ਜੀ ਕੀਰਤਨੀਆਂ ਨਾਲ ਹੈ। ਜੀ ਕੀਰਤਨ ਨਾਲ। ਆ ਪਾਠ ਕਰਨ ਵਾਲੇ ਨੂੰ ਇੰਨੀ ਨਾ ਸੋਝੀ ਹੁੰਦੀ ਹੈ, ਜੀ ਨਾ ਕੋਈ ਸੋਝੀ ਦਿੰਦਾ ਹੈ, ਜੀ ਪਰ ਕੀਰਤਨ ਕਰਨ ਵਾਲਿਆਂ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਜੀ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਬਹੁਤ ਵੱਡੇ ਕੀਰਤਨੀਏ ਸਨ, ਜੀ ਜੀ ਜਿਨ੍ਹਾਂ ਨੇ 1430 ਅੰਗ ਬਾਣੀ ਦਾ ਜਿਹੜਾ ਸੰਚਿਤ ਕੀਤਾ ਹੈ, ਜੀ ਸੰਪਾਦਨਾ ਕੀਤੀ ਹੈ, ਹਾਂਜੀ, ਇਹਨੂੰ ਰਾਗਾਂ ਵਿੱਚ ਕੀਤੀ ਹੈ ਔਰ 17 ਘਰਾਂ ਵਿੱਚ ਸਾਰੀ ਗੁਰਬਾਣੀ। ਜੀ ਤੋਂ ਇਹਦਾ ਘਰ ਦਾ ਸੰਬੰਧ ਕੀਰਤਨ ਨਾਲ ਹੈ। ਕੀਰਤਨ ਨਾਲ ਹੈ ਜੀ। ਕੀਰਤਨ ਦੇ ਨਾਲ ਹੈ, ਜਾਣੀ ਕਿ ਤਾਲ ਦੇ ਨਾਲ ਵੀ ਕਿਹਾ ਜਾਂਦਾ ਵੀ ਉਹੀ ਉਹ ਹਾਂ, ਤਾਲ ਬਿਲਕੁਲ ਬਿਲਕੁਲ। ਜਿਹੜੇ ਤਬਲੇ ਵਾਲਾ ਸੱਜਣ ਹੈ ਪਖਾਵ ਜੀ, ਹਾਂਜੀ ਹਾਂਜੀ ਜਿਹੜਾ ਜੋੜੀ ਵਜਾਉਂਦਾ ਹੈ, ਜੀ 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 ਉਹਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਜੀ ਔਰ ਸਿਆਣੇ ਰਾਗੀ ਜਥੇ ਜਿਹੜੇ ਨੇ ਜੀ ਉਹ ਕੀਰਤਨ ਕਰਨ ਤੋਂ ਪਹਿਲਾਂ ਜੀ ਉਹਦੇ ਨਾਲ ਤਾਲਮੇਲ ਕਰ ਲੈਂਦੇ ਨੇ। ਜੀ ਬਈ ਤੂੰ ਚੱਬ ਛਾਦ ਛੰਦ ਉਹ ਬਣਾਉਣਾ ਤਾਲ, ਜੀ ਤੂੰ ਦੁਪਦ ਬਣਾਉਣਾ ਹੈ, ਜੀ ਜੀ ਮਤਲਬ ਉਹਦੇ ਨਾਲ ਤਾਲਮੇਲ ਕਰ ਲੈਂਦੇ ਨੇ ਜੀ ਜੀ ਤੇ ਉਹਨੂੰ ਪਤਾ ਹੁੰਦਾ ਹੈ। ਜੀ ਕਿਉਂਕਿ ਮੈਂ ਰਾਗੀ ਨਹੀਂ, ਹਾਂਜੀ ਪਰੰਤੂ ਮੈਨੂੰ ਇੰਨਾ ਪਤਾ ਹੈ ਜੀ ਤੇ ਮੈਂ ਪੰਥ ਪ੍ਰਸਿੱਧ ਰਾਗੀਆਂ ਤੋਂ ਇਹਦੀ ਜਾਣਕਾਰੀ ਲਈ ਹੈ ਜੀ ਜੀ ਵੀ ਇਹ ਘਰ ਜਿਹੜਾ ਹੈ ਜੀ ਇਹ ਕੀਰਤਨ ਨਾਲ ਸੰਬੰਧ ਰੱਖਦਾ ਹੈ ਜੀ ਔਰ ਖਾਸ ਕਰਕੇ ਤਬਲੇ ਵਾਲੇ ਨਾਲ। ਜੀ 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 ਹਾਂਜੀ, ਵਾਹਿਗੁਰੂ ਜੀ, ਕੌਣ ਬੋਲ ਰਹੇ ਜੀ? हेलो ਹੈਲੋ, हाँ जी सर। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहिगुरु जी का खालसा वाहिगुरु जी की फतेह। मैं कुलविंदर सिंह बोल रहा जी ਜੀ ਜੀ सुबह तो ਜੀ मैं एक सवाल करना चाहता ਸੀ ਜਾਂ ਤਾਂ ਤੁਸੀਂ ਬਾਬਾ ਜੀ ਨੂੰ ਵੈਸੇ ਸਵਾਲ ਰੱਖਦੇ ਹੋ? ਹਾਂਜੀ, ਤੁਸੀਂ ਮੈਨੂੰ ਦੱਸ ਦਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਹਾਂਜੀ ਹਾਂਜੀ, ਰੱਖੋ ਸਵਾਲ ਤੁਸੀਂ ਆਪਣਾ ਜੀ। ਆਵਾਜ਼ ਨਾ ਮਿਕਸ ਆ ਰਹੀ ਹੈ ਜੀ ਹਾਂ, ਮਿਕਸ ਹੋ ਰਹੀ, ਕੋਈ ਗੱਲ ਨਹੀਂ ਜੀ। ਤੁਸੀਂ ਆਪਣਾ ਸਵਾਲ, ਕੁਲਵਿੰਦਰ ਸਿੰਘ ਜੀ, ਆਪਣਾ ਸਵਾਲ ਰੱਖ ਦਿਓ, ਕੋਈ ਗੱਲ ਨਹੀਂ, ਸਾਡੇ ਕੋਲ ਪਹੁੰਚ ਜਾਏਗੀ। ਹਾਂਜੀ, ਮੇਰਾ ਸਵਾਲ ਸੀਗਾ ਜੀ
ਸਿੰਘ ਸਾਹਿਬ ਜੀ ਨੂੰ ਕਿ ਜਿਵੇਂ ਅਸੀਂ ਗੁਰਬਾਣੀ ਦਾ ਜਦੋਂ ਪਾਠ ਕਰਦੇ ਹਾਂ ਤੇ ਹਾਂਜੀ ਪਾਠ ਕਰਨ ਸਮੇਂ ਸਾਨੂੰ ਸਿਰਲੇਖ ਰੂਪ ਦੇ ਵਿੱਚ ਜਿੱਥੇ ਰਾਗ ਦੇ ਨਾਲ ਨਾਲ ਅਸ਼ਟਪਦੀਆਂ, ਪੜਤਾਲ, ਅਲਾਉਣੀਆਂ, ਘੋੜੀਆਂ ਹਾਂਜੀ ਇਹ ਸਾਨੂੰ ਦਿਖਾਈ ਦਿੰਦੇ ਨੇ। ਏਦਾਂ ਹੀ ਕਾਫੀ ਵੀ ਸਾਨੂੰ ਸਿਰਲੇਖ ਰੂਪ ਵਿੱਚ ਦਿਖਾਈ ਦਿੰਦਾ ਹੈ। ਜਿਵੇਂ ਰਾਗ ਜੀ ਜੀ ਆਸਾ ਘਰ 8ਵਾਂ ਕੇ ਕਾਫੀ ਮਹੱਲਾ ਚੌਥਾ, ਆਸਾ ਘਰ 8ਵਾਂ ਕਾਫੀ ਮਹੱਲਾ 5ਵਾਂ, ਜਾਂ ਫਿਰ ਮਾਰੂ ਕਾਫੀ ਜਾਂ ਤਿਲੰਗ ਮਹੱਲਾ 9ਵਾਂ ਕਾਫੀ, ਸੂਹੀ ਮਹੱਲਾ ਪਹਿਲਾ ਕਾਫੀ। ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਇੱਥੇ ਇਸਦਾ ਸੰਬੰਧ ਰਾਗ ਦੇ ਨਾਲ ਹੈ ਜਾਂ ਫਿਰ ਕਾਫੀ ਇੱਕ ਜਿਹੜਾ ਪਦਿਆਂ ਦਾ ਰੂਪ ਹੈ ਜਾਂ ਇੱਕ ਕਾਵਿਕ ਰੂਪ ਕਹਿ ਸਕਦੇ ਹਾਂ, ਜਾਂ ਇਹਨੂੰ ਬਾਣੀ ਦਾ ਰੂਪ ਜਿਹੜਾ ਹੈ ਉਹਨੂੰ ਸਾਹਿਤਕ ਰੂਪ ਦੇ ਵਿੱਚ ਆਪਾਂ ਦੇਖਣਾ ਚਾਹੀਦਾ ਹੈ। ਜੀ 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 ਹਾਂਜੀ ਬਾਪੂ ਜੀ, ਇਹ ਆਪਣੇ ਕੁਲਵਿੰਦਰ ਸਿੰਘ ਜੀ ਦਾ ਸਵਾਲ ਸੀ ਵੀ ਗੁਰਬਾਣੀ ਦੇ ਸਲੇਖਾਂ ਦੇ ਵਿੱਚ ਜਿੱਦਾਂ ਅਸ਼ਟਪਦੀਆਂ, ਘੋੜੀਆਂ, ਅਲਾਣੀਆਂ ਜਿਹੜੇ ਸਲੇਖ ਆਉਂਦੇ ਨੇ, ਉਸੇ ਤਰ੍ਹਾਂ ਇੱਕ ਕਾਫੀ ਸ਼ਬਦ ਵੀ ਆਉਂਦਾ ਹੈ ਜਿਹਦਾ ਉਹਦੇ 'ਚ ਆਉਂਦਾ ਵੀ ਆਸਾ ਮਹੱਲਾ ਚੌਥਾ ਜਾਂ ਪਹਿਲਾ ਕਾਫੀ, ਮਤਲਬ ਨਾਲ ਨਹੀਂ ਆਸਾ ਦੇ ਹੈਗਾ ਤਾਂ ਡਿਫਰੈਂਟ ਹੈ। ਅਤੇ ਜੇ ਤਲੰਗ ਮਹੱਲਾ ਪਹਿਲਾ ਜਾਂ ਕਾਫੀ, ਫਿਰ ਕਾਫੀ ਆਉਂਦਾ ਵੀ ਇਹ ਜਿਹੜਾ ਕਾਫੀ ਸ਼ਬਦ ਹੈ ਇਹਦਾ ਰਾਗ ਦੇ ਨਾਲ ਇਹਦਾ ਸੰਬੰਧ ਹੈ ਜਾਂ ਫਿਰ ਇਹ ਕੋਈ ਬਾਣੀ ਰੂਪ ਹੈ ਜਿੱਦਾਂ ਅਸ਼ਟਪਦੀਆਂ ਵੱਖਰਾ ਰੂਪ ਹੈ? ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਮੈਂ ਰਾਗੀ ਨਹੀਂ ਹੈਗਾ, ਜੀ, ਪਰ ਜੀ ਇਹਨਾਂ ਮੈਨੂੰ ਪਤਾ ਵੀ ਕਾਫੀ ਵੀ ਰਾਗ ਦਾ ਅੰਗ ਹੈ ਤਥਾ ਇੱਕ ਰਾਗਣੀ ਹੈ। ਜੀ ਮਤਲਬ ਉਹਦੇ ਵਿੱਚ ਮਹਾਰਾਜ ਨੇ ਸੇਧ ਦਿੱਤੀ ਹੈ ਕਿ ਜਦੋਂ ਇਸ ਨੂੰ ਕੀਰਤਨ ਰੂਪ ਗਾਉਣਾ ਹੈ ਜੀ ਤਾਂ ਇਹਦੇ ਵਿੱਚ ਕਾਫੀ ਦਾ ਰੰਗ ਵੀ ਆਵੇਗਾ। ਕਾਫੀ ਰਾਗ ਦਾ ਵੀ ਰੰਗ, ਹਾਂ, ਇੱਕ ਵੱਖਰਾ ਸਬਜੈਕਟ ਹੈ ਕਿਉਂਕਿ ਬੁੱਲੇ ਸ਼ਾਹ ਦੀਆਂ ਕਾਫੀਆਂ ਜਿਹੜੀਆਂ ਗਈਆਂ ਨਾ ਜੀ, ਉਹਦੇ ਕਰਕੇ ਥੋੜਾ ਭੁਲੇਖਾ ਲੱਗ ਜਾਂਦਾ ਵੀ ਇਹ ਕਾਫੀ ਕਿਤੇ ਨਹੀਂ ਉਹਨਾਂ ਦੇ ਨਾਲ ਵੀ ਉਸੇ ਦੇਖੋ, ਤਰ੍ਹਾਂ ਜਦੋਂ ਤੁਸੀਂ ਕੀਰਤਨ ਦੇ ਰੂਪ ਵਿੱਚ ਇਹਦੀ ਖੋਜ ਕਰੋਗੇ ਹਾਂਜੀ ਤੇ ਉਹਨਾਂ ਰਾਗਾਂ ਵਿੱਚ ਹੀ ਕਾਫੀ ਦਾ ਜ਼ਿਕਰ ਵੀ ਆਉਂਦਾ ਹੈ। ਹਾਂਜੀ ਹਾਂਜੀ ਕਾਫੀ ਰਾਗ ਹੈ, ਕਾਫੀ ਆਸਾ ਕਾਫੀ ਵੀ ਰਾਗ ਹੈ, ਰਾਗ ਬਸ ਫਿਰ ਹਾਂਜੀ ਠੀਕ ਹੈ ਜੀ, ਇਹਦਾ ਮਤਲਬ ਉਹਦਾ ਰੰਗ ਵੀ ਇਹਦੇ ਵਿੱਚ ਸ਼ਾਮਲ ਕਰਨਾ ਹੈ। ਠੀਕ ਹੈ ਜੀ, ਠੀਕ ਹੈ। ਸੋ ਅਗਲਾ ਸਵਾਲ ਜੀ ਆਪਣਾ, ਸ਼ਬਦਾਂ ਵਿੱਚ ਇੱਕ ਤੋਂ ਲੈ ਕੇ ਕਈ ਰਹਾਉ ਆਉਂਦੇ ਨੇ, 6 ਤੱਕ ਰਹਾਉ ਆਉਂਦੇ ਆ ਜੀ ਗੁਰਬਾਣੀ ਦੇ ਵਿੱਚ। ਸ਼ਬਦ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਰਹਾਉ ਵਾਰ-ਵਾਰ ਆਉਂਦਾ ਇੱਕੇ ਸ਼ਬਦ ਦੇ ਵਿੱਚ, ਤਾਂ ਇਸ ਬਾਰੇ ਵਿਸਤਾਰ ਨਾਲ ਦੱਸੋ ਵੀ ਅਜਿਹਾ ਕਿਉਂ? ਰਹਾਉ ਸ਼ਬਦ ਜਿਹੜਾ ਹੈ ਇਹਦਾ ਅਖਰੀ ਅਰਥ ਹੈ ਠਹਿਰ ਜਾਓ। ਸ਼ਬਦ ਦੇ ਆਮ ਤੌਰ ਤੇ ਇੱਕ ਰਹਾਉ ਹੁੰਦਾ ਹੈ ਜੀ, ਤੇ ਉਹਦਾ ਮਤਲਬ ਹੈ ਕਿ ਇਹ ਸਾਰੇ ਸ਼ਬਦ ਦਾ ਸੈਂਟਰਲ ਆਈਡੀਆ ਹੈ, ਜੀ ਕੇਂਦਰੀ ਭਾਵ ਹੈ। ਜੀ ਅੱਜ ਕੱਲ੍ਹ ਅਸੀਂ ਵਿਆਕਰਨ ਨੂੰ ਸਮਝਣ ਵਾਲੇ ਜਾਂ ਵਿਆਕਰਨ ਤੇ ਅਮਲ ਕਰਨ ਵਾਲੇ ਜੀ ਕਥਾਵਾਚਕ ਰਹਾਉ ਦੀ ਪੰਕਤੀ ਤੋਂ ਹੀ ਕਥਾ ਸ਼ੁਰੂ ਕਰਦੇ ਹਾਂ, ਜੀ 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 ਕਿਉਂਕਿ ਉਹ ਸ਼ਬਦ ਦਾ ਸੈਂਟਰਲ ਆਈਡੀਆ। ਜੀ ਜਿਵੇਂ ਅਸੀਂ ਰੋਜ਼ ਪੜ੍ਹਦੇ ਹਾਂ, ਮੇਰੇ ਮਾਧੋ ਜੀ ਜੀ ਸਤ ਸੰਗਤ ਮਿਲੇ ਸੋ ਤਰਿਆ, ਜੀ ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਜੀ ਰਹਾਉ, ਜੀ ਇਹਦਾ ਮਤਲਬ ਇਹ ਸਾਰੇ ਸ਼ਬਦ ਦੇ ਅੰਦਰ ਜੀ ਗੁਰੂ ਪਾਤਸ਼ਾਹ ਜੀ ਸਤ ਸੰਗਤ ਦੀ ਮਹਾਨਤਾ ਦੱਸ ਰਹੇ। ਜੀ 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 ਇਹ ਤਾਂ ਹੈ ਆਮ ਸ਼ਬਦਾਂ ਵਿੱਚ ਰਹਾਉ ਦੀ ਪੰਕਤੀ ਦਾ ਮਹੱਤਵ। ਜੀ 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 ਬਿਲਕੁਲ। ਹੁਣ ਰਿਹਾ ਸਵਾਲ ਵੀ ਇੱਕ ਸ਼ਬਦ ਵਿੱਚ ਦੋ ਰਹਾਉ ਵੀ ਆਉਂਦੇ ਨੇ। ਜੀ ਉਹਦੇ ਵਿੱਚ ਆਮ ਤੌਰ ਤੇ ਹੁੰਦਾ ਕਿ ਪਹਿਲੇ ਰਹਾਉ ਵਿੱਚ ਇੱਕ ਪ੍ਰਸ਼ਨ ਹੈ ਜੀ ਔਰ ਅਖੀਰਲੇ ਰਹਾਉ ਵਿੱਚ ਉਸ ਦਾ ਉੱਤਰ ਹੈ। ਜੀ ਪਰ ਕਈ ਵਾਰੀ ਕੋਈ ਸ਼ਬਦ ਬਹੁਤ ਲੰਬੇ ਹੁੰਦੇ ਨੇ ਜੀ ਤੇ ਉਹਨਾਂ ਵਿੱਚ ਗੁਰੂ ਸਾਹਿਬ ਨੇ ਕਈ ਪ੍ਰਕਰਨ ਜੀ ਲਏ ਜੀ ਤੇ ਉਸ ਹਿਸਾਬ ਨਾਲ ਉਹ ਇੱਕ ਇੱਕ ਪਦ ਦਾ ਜਿਹੜਾ ਵੱਖਰਾ ਰਹਾਉ ਹੁੰਦਾ ਹੈ। ਜੀ ਭਾਵ ਉਹਦਾ ਉਹੀ ਹੈ ਜੀ ਕਿ ਰਹਾਉ ਦੀ ਪੰਕਤੀ ਨੂੰ ਦੁਹਰਾ ਕੇ ਪੜੋ, ਜੀ ਟਕਾ ਕੇ ਪੜੋ, ਸਮਝ ਕੇ ਪੜੋ, ਜੀ
ਤੁਹਾਨੂੰ ਸਾਰੇ ਸ਼ਬਦ ਦਾ ਜੀ ਜਿਹੜਾ ਸਬਜੈਕਟ ਹੈ, ਜੀ ਆਸ਼ਾ, ਉਦੇਸ਼, ਜੀ ਉਹ ਧਿਆਨ ਵਿੱਚ ਆ ਜਾਏਗਾ। ਜੀ 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 ਤੋ ਕਿਧਰੇ ਕਿਧਰੇ ਐਸੇ ਕਈ ਸ਼ਬਦ ਹੈਗੇ ਨੇ, ਜੀ ਪਰ ਆਮ ਤੌਰ ਤੇ ਸ਼ਬਦਾਂ ਵਿੱਚ ਇੱਕ ਰਹਾਉ ਹੈ ਜੀ ਜਾਂ ਕਿਸੇ ਕਿਸੇ 'ਚ ਦੋ ਰਹਾਉ ਨੇ। ਜੀ ਜਿਵੇਂ ਗੁਰੂ ਪਾਤਸ਼ਾਹ ਕਈ ਲੰਬੇ ਸ਼ਬਦ ਵੀ ਨੇ, ਜੀ ਜਿਵੇਂ ਪਾਠ ਪੜ੍ਹਿਓ ਅ- ਔਰ ਵੇਦ ਵਿਚਾਰਿਓ, ਲੰਬਾ ਸ਼ਬਦ ਹੈ। ਜੀ ਉਹਦੇ ਵਿੱਚ ਮਹਾਰਾਜ ਨੇ ਰਹਾਉ ਦੀ ਪੰਕਤੀ ਵਿੱਚ ਪਹਿਲਾਂ ਲਿਖਿਆ, ਪਿਆਰੇ ਜੀ ਇਨ ਬਿਦ ਮਿਲਣ ਨਾ ਜਾਈ, ਜੀ ਮੈਂ ਕੀਏ ਕਰਮ ਅਨੇਕਾ, ਜੀ ਹਾਰ ਪਰਿਓ ਸੁਆਮੀ ਕੇ ਦੁਆਰੇ, ਜੀ ਦੀਜੈ ਬੁੱਧ ਵਿਵੇਕ। ਜੀ ਜੀ ਅਖੀਰ ਵਿੱਚ ਆਖਿਆ, ਹਰ ਕੀਰਤ ਸਾਧ ਸੰਗਤ ਹੈ, ਜੀ ਸਿਰ ਕਰਮਨ ਕੇ ਕਰਮ, ਕਰਨਾ ਜੀ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਜੀ। ਰਹਾਉ ਜੀ ਤੇਰੋ ਸੇਵਕ ਇਹ ਰੰਗ ਮਾਤਾ। ਜੀ ਤੋ ਇਸ ਤਰ੍ਹਾਂ ਪਹਿਲਾਂ ਨਹੀਂ ਸੀ ਸੋਝੀ ਸਾਨੂੰ, ਜੀ ਪਰ ਜਿਉਂ-ਜਿਉਂ ਇਹਨਾਂ ਚੀਜ਼ਾਂ ਦੀ ਖੋਜ ਕੀਤੀ ਹੈ, ਜੀ ਕਿਉਂਕਿ 35-40 ਪਾਠ ਉਹ ਸਮਾਗਮਾਂ ਦੇ ਅੰਦਰ ਜੀ ਵਿਦਵਾਨਾਂ ਦੀ ਸੰਗਤ ਕਰਕੇ, ਜੀ ਜੀ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ, ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਘੋਖਿਆ, ਵਿਚਾਰਿਆ, ਜੀ ਪਰ ਦਾਵਾ ਨਹੀਂ ਕੀਤਾ ਜਾ ਸਕਦਾ ਜੀ ਕਿ ਅਸੀਂ ਸਭ ਕੁਝ ਜਾਣ ਲਿਆ। ਜੀ 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 ਹਾਲੀ ਵੀ ਯਤਨ ਕਰਦੇ ਹਾਂ, ਰੋਜ਼ ਨਵੇਂ ਤੋਂ ਨਵਾਂ ਗਿਆਨ, ਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਬਹੁਤ ਵੱਡਾ ਸਮੁੰਦਰ ਹੈ ਬਿਲਕੁਲ ਜੀ ਔਰ ਸਮੁੰਦਰ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਜੀ ਜੀ ਹਾਂ, ਯਤਨ ਕੀਤਾ ਜਾ ਸਕਦਾ ਹੈ ਜੀ ਤਾਂ ਜੋ ਆਮ ਸੰਗਤਾਂ ਨੂੰ ਵੀ ਸਮਝਾਈਏ ਜੀ ਤੇ ਆਪ ਵੀ ਸਮਝੀਏ, ਜੀ ਜੀ ਕਿਉਂਕਿ ਗੁਰਬਾਣੀ ਸਾਡਾ ਗੁਰੂ ਹੈ। ਜੀ ਗੁਰਬਾਣੀ ਇਸ ਜਗ ਵਿੱਚ ਚਾਨਣ, ਚਾਨਣ। ਬਾਣੀ ਗੁਰੂ ਹੈ ਬਾਣੀ। ਜੀ ਨਾਲੇ ਗੁਰੂ ਅਮਰਦਾਸ ਜੀ ਦਾ ਇੱਕ ਕਥਨ ਵੀ ਹੈ ਜੀ ਕਿ ਜਦੋਂ ਤੀਕਰ ਅਸੀਂ ਗੁਰਬਾਣੀ ਦੀ ਵਿਚਾਰ ਨਹੀਂ ਕਰਾਂਗੇ, ਜੀ ਅੱਜ ਜਿੰਨਾ ਪੰਥ ਵਿੱਚ ਹਨੇਰਾ ਛਾਇਆ ਹੈ, ਜੀ ਜਾਂ ਜੋ ਇਹ ਆਪੋ ਤਾਪੀ ਰਾਜਨੀਤੀ ਛਾ ਰਹੀ ਹੈ, ਜੀ ਇਹਦਾ ਮੇਨ ਕਾਰਨ ਬਾਣੀ ਦੀ ਵਿਚਾਰ ਨਾ ਕਰਨਾ। ਜੀ ਜੇ ਗੁਰੂ ਕੇ ਸਿੱਖ ਅੱਜ ਵੀ ਬਾਣੀ ਦੇ ਨਾਲ ਲੱਗ ਜਾਣ, ਜੀ ਕੋਈ ਮੁਸ਼ਕਲ ਹੀ ਨਹੀਂ ਹੈ ਬਿਲਕੁਲ ਜੀ ਬਿਲਕੁਲ ਬਾਣੀ ਤੋਂ ਟੁੱਟ ਕੇ, ਕਿਉਂਕਿ ਪਾਤਸ਼ਾਹ ਨੇ ਕਿਹਾ ਹੈ, ਜੀ ਸਤਿਗੁਰ ਨੂੰ ਸਭ ਕੋ ਵੇਖਦਾ, ਚੇਤਾ ਜੀ ਜੇਤਾ ਜਗਤ ਸੰਸਾਰ, ਜਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਬਿਲਕੁਲ ਬਿਲਕੁਲ ਜੀ ਲੋਕਾਂ ਨੇ ਮੁਕਤ ਮਰਨ ਤੋਂ ਬਾਅਦ ਦੀ ਬਣ ਗੱਲ ਮੰਨ ਲਈ। ਜੀ 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 ਗੁਰਬਾਣੀ ਵਿੱਚ ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਕੋਈ ਜ਼ਿਕਰ ਨਹੀਂ, ਜੀ ਕੋਈ ਲਾਲਚ ਨਹੀਂ, ਕੋਈ ਚੋਚਾ ਨਹੀਂ ਦਿੱਤਾ ਵੀ ਤੁਹਾਨੂੰ ਮੁਕਤੀ ਮਿਲੇਗੀ। ਜੀ ਜੀ ਇੱਥੇ ਤਾਂ ਜੀਵਨ ਮੁਕਤ ਦੀ ਗੱਲ ਹੈ। ਜੀ ਜੀ ਗੁਰਬਾਣੀ ਦੇ ਦੱਸੇ ਰਾਹ ਤੇ ਚੱਲਣ ਵਾਲਾ ਜਿਹੜਾ ਮਨੁੱਖ ਹੈ, ਜੀ ਜੀ ਉਹ ਜੀਵਨ ਮੁਕਤ ਹੋ ਜਾਂਦਾ। ਜੀ 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 ਇਸ ਵਾਸਤੇ ਬਾਣੀ ਦੀ ਵਿਚਾਰ ਕੀਤੇ ਤੋਂ ਬਿਨਾਂ ਜੀ ਨਹੀਂ, ਤੇ ਜਿਹੜੇ ਵਿਚਾਰ ਨਹੀਂ ਕਰਦੇ ਉਹਦੇ ਬਾਰੇ ਗੁਰੂ ਅਮਰਦਾਸ ਜੀ ਦਾ ਕਥਨ ਹੈ, ਜੀ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ। ਜੀ 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 ਜਿਵੇਂ ਹੋਰ ਵਿਦਿਆ ਪੜ੍ਹ ਲਈ, ਜੀ ਇਵੇਂ ਬਾਣੀ ਪੜ੍ਹ ਲਈ, ਜੀ ਇਵੇਂ ਕੀਰਤਨ ਕਰ ਲਿਆ। ਜੀ ਜੀ ਜੇ ਉਹਦੀ ਵਿਚਾਰ ਨਹੀਂ ਕੀਤੀ, ਜੀ ਫਿਰ ਅੰਦਰੋਂ ਵਿਕਾਰਾਂ ਤੋਂ, ਭੈੜੇ ਵਿਚਾਰਾਂ ਤੋਂ ਸਾਡਾ ਮਨ ਮੁਕਤ ਨਹੀਂ ਹੋ ਸਕਦਾ। ਮੁਕਤ ਦਾ ਮਤਲਬ ਹੈ ਬੰਧਨਾਂ ਤੋਂ ਰਹਿਤ ਹੋਣਾ, ਜੀ ਜੀ ਵਿਕਾਰਾਂ ਤੋਂ ਛੁੱਟਣਾ। ਜੀ ਉਹ ਵਿਚਾਰ ਕਰਕੇ ਹੋ ਸਕਦਾ। ਜੀ ਕੋਲ ਲੈ ਲਈਏ ਜੀ। ਹਾਂਜੀ ਵਾਹਿਗੁਰੂ ਜੀ, ਕੌਣ ਬੋਲ ਰਹੇ ਜੀ? ਹਾਂਜੀ ਮੈਂ ਕੁਲਵਿੰਦਰ ਸਿੰਘ ਜੀ ਬੋਲ ਰਿਹਾ ਜੀ। ਬਾਬਾ ਜੀ ਦੇ ਨਾਲ ਗੱਲ ਹੋ ਰਹੀ ਸੀਗੀ ਕਾਫੀ ਦੇ ਸੰਦਰਭ ਦੇ ਵਿੱਚ, ਤੇ ਇੱਕ ਡਾਊਟ ਹੋਰ ਹੈ ਮੇਰਾ, ਮੈਂ ਉਹ ਥੋੜਾ ਕਲੀਅਰ ਕਰਨਾ ਚਾਹਾਂਗਾ ਕਿ ਜਿਵੇਂ ਕਾਫੀ ਨੂੰ ਰਾਗ ਦੇ ਸੰਦਰਭ ਵਿੱਚ ਬਾਬਾ ਜੀ ਨੇ ਕਿਹਾ ਕਿ ਉਹ ਅੰਗ ਦੇ ਵਿੱਚ ਸਿੱਖਣਾ ਹੈ, ਤੇ ਉਹ ਸਾਨੂੰ ਆਸਾ ਦੇ ਸੰਦਰਭ 'ਚ ਦੇਖੀਏ ਤੇ ਆਸਾ ਕਾਫੀ ਇਕੱਠਾ ਵੀ ਮਿਲਦਾ ਹੈ, ਲੇਕਿਨ ਇੱਕ ਸਿਰਲੇਖ ਹੈ ਰਾਗ ਆਸਾ ਘਰ 8ਵਾਂ ਕੇ ਕਾਫੀ। ਤੋ ਇੱਥੋਂ ਤਾਂ ਇਹ ਲੱਗਦਾ ਹੈ ਕਿ ਵੀ ਰਾਗ ਆਸਾ ਦੇ ਵਿੱਚ ਰਾਗ ਆਸਾ ਦੇ ਕਾਫੀ, ਆਸਾ ਰਾਗ ਦੇ ਕਾਫੀ, ਮਤਲਬ ਜੇ ਉਹਨੂੰ ਅਸੀਂ ਕੇ ਕਾਫੀ ਨੂੰ ਦੇਖੀਏ, ਰਾਗ ਆਸਾ ਘਰ 8ਵਾਂ ਕੇ ਕਾਫੀ ਮਹੱਲਾ ਚੌਥਾ। ਤੋ ਇੱਥੋਂ ਮੇਰੇ ਸਮਝ ਵਿੱਚ ਇਹ ਆ ਰਿਹਾ ਕਿ ਕਾਫੀ ਜੋ ਹੈ ਉਹ ਇੱਕ ਬਾਣੀ ਰੂਪ ਦੇ ਰੂਪ ਵਿੱਚ ਵੀ ਗੁਰੂ ਸਾਹਿਬਾਨ ਇੱਥੇ ਪ੍ਰਯੋਗ ਕੀਤਾ ਹੈ। ਕੀ ਇਸ ਤਰ੍ਹਾਂ ਵਾਚਣਾ ਚਾਹੀਦਾ ਇਸ ਨੂੰ? ਜੀ ਜੀ ਮੈਂ ਪੁੱਛਦਾ ਸੀ।
ਹਾਂਜੀ ਬਾਪੂ ਜੀ, ਇਹਨਾਂ ਨੇ ਸਵਾਲ ਕੀਤਾ ਆਪਣੇ ਕੁਲਵਿੰਦਰ ਸਿੰਘ ਦਾ ਹੀ ਹੈ ਜੀ ਸਵਾਲ, ਜਿਹੜੇ ਇਹਨਾਂ ਨੇ ਕਾਫੀ ਰਾਗ ਬਾਰੇ ਪੁੱਛਿਆ ਸੀ, ਕਾਫੀ ਬਾਰੇ। ਉਹ ਕਹਿੰਦੇ ਇੱਕ ਗੁਰਬਾਣੀ ਦੇ ਵਿੱਚ ਸਿਰਲੇਖ ਆਉਂਦਾ ਵੀ ਰਾਗ ਆਸਾ ਘਰ 8ਵਾਂ ਕੇ ਕਾਫੀ ਮਹੱਲਾ ਚੌਥਾ, ਵੀ ਇੱਥੇ ਵੀ ਕੇ ਕਾਫੀ ਜਿਹੜਾ ਹੈਗਾ ਵੀ ਇਹ ਉਹਨਾਂ ਦੇ ਪੜ੍ਹਨ ਦੀ ਗਲਤੀ ਹੈ ਜੀ ਜੀ। ਇੱਥੇ ਹੈ ਰਾਗ ਆਸਾ ਘਰ 8ਵੀਂ ਕੇ, 8ਵੇਂ ਕੇ, ਹਾਂ ਘਰ 8ਵੇਂ ਕੇ। ਇਹ ਜਿਹੜਾ ਕੇ ਹੈ ਇਹ 8ਵੇਂ ਘਰ ਨਾਲ ਲੱਗੇਗਾ, ਜੀ ਜੀ ਨਾ ਕਿ ਕਾਫੀ ਨਾਲ ਲੱਗੇਗਾ। ਜੀ ਇਹ ਉਹਨਾਂ ਨੂੰ ਪੜ੍ਹਨ ਵਿੱਚ ਗਲਤੀ ਹੈ। ਜੀ ਜੀ ਜੀ। ਰਾਗ ਆਸਾ ਘਰ 8ਵੇਂ ਕੇ ਕਾਫੀ, ਕੇ ਦਾ ਸੰਬੰਧ ਕਾਫੀ ਨਾਲ ਨਹੀਂ, ਘਰ ਨਾਲ। ਕੇ ਦਾ ਸੰਬੰਧ 8ਵੇਂ ਘਰ ਦੇ ਇਹ ਸ਼ਬਦ ਨੇ। ਜੀ ਜੀ ਜੀ। ਸੋ ਜਿਹੜਾ ਰਹਾਓ ਵਾਲੀ ਗੱਲ ਚੱਲ ਰਹੀ ਸੀ, ਰਹਾਓ ਦਾ ਹੋ ਗਿਆ ਵੀ ਇਹ ਇੱਕ ਸੈਂਟਰ ਆਈਡੀਆ ਜੀ। ਹਾਂਜੀ, ਤੇ ਸ਼ਬਦ ਦਾ ਸੈਂਟਰ ਆਈਡੀਆ ਤੇ ਇੱਕ ਤੇ ਵੱਧ ਜਿਹੜੇ ਰਹਾਓ ਆਉਂਦੇ ਨੇ 6, ਤੇ ਇਹਨਾਂ ਦਾ ਸਿਰਫ ਅਰਥ ਭਾਵ ਨਾਲ ਹੀ ਇਹਨਾਂ ਦਾ ਸੈਂਟਰ ਆਈਡੀਆ ਹੀ ਹੈ ਸ਼ਬਦ ਦਾ। ਬਿਲਕੁਲ। ਹਾਂਜੀ, ਤੇ ਇਹਨਾਂ ਨੂੰ ਕੋਈ ਗਾਇਨ ਵਾਲੇ ਵਾਸਤੇ ਵੀ ਤਾਂ ਕੋਈ ਇਨਸਟਰਕਸ਼ਨ ਹੈਗੀ ਹੈ ਜੀ? ਹਾਂ, ਇਨਸਟਰਕਸ਼ਨ ਨਹੀਂ ਹੈਗੀ ਜੀ। ਆਮ ਤੌਰ ਤੇ ਜਿਹੜੇ ਸੂਝ-ਬੂਝ ਵਾਲੇ ਰਾਗੀ ਸਿੰਘ ਨੇ ਜੀ, ਉਹ ਰਹਾਓ ਨੂੰ ਹੀ, ਉਹ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਸਥਾਈ, ਅਸਥਾਈ ਬਣਾ ਲੈਂਦੇ ਨੇ। ਜੀ ਜੀ ਔਰ ਉਹ ਸਿਆਣੇ ਰਾਗੀਆਂ ਦਾ ਕੰਮ ਹੈ। ਜੀ ਜੀ ਪੁਰਾਤਨ ਜਿਹੜੇ ਰਬਾਬੀ ਸਨ, ਮੈਂ ਭਾਈ ਚਾਂਦ ਦਾ ਕੀਰਤਨ ਵੀ ਸੁਣਿਆ, ਜੀ ਮੈਂ ਭਾਈ ਲਾਲ ਦਾ ਕੀਰਤਨ ਵੀ ਸੁਣਿਆ, ਜੀ ਭਾਈ ਸਾਹਿਬ ਭਾਈ ਸਮੁੰਦ ਸਿੰਘ ਜੀ ਦਾ ਕੀਰਤਨ ਵੀ ਸੁਣਿਆ। ਜੀ। ਉਹ ਸਾਰੇ ਰਾਗੀ ਸਿੰਘ ਰਹਾਓ ਦੀ ਪੰਕਤੀ ਨੂੰ ਹੀ ਅਸਥਾਈ ਬਣਾ ਕੇ ਕੀਰਤਨ ਕਰਦੇ ਸਨ। ਕਿਆ ਬਾਤ। ਉਹਦੇ ਨਾਲ ਸੰਗਤ ਨੂੰ, ਸਰੋਤਿਆਂ ਨੂੰ ਉਸ ਸੈਂਟਰਲ ਆਈਡੀਆ ਦੀ ਪਕਿਆਈ ਹੋ ਜਾਂਦੀ ਸੀ ਜੀ ਵੀ ਇਹ ਸ਼ਬਦ ਵਿੱਚ ਇਹ ਗੱਲ ਗੁਰੂ ਸਾਹਿਬ ਸਾਨੂੰ ਦ੍ਰਿੜ ਕਰਵਾ ਰਹੇ ਨੇ। ਜੀ ਜੀ ਹੁਣ ਕੀਰਤਨੀਏ ਥੋੜੀ ਮਨਮਰਜ਼ੀ ਵਰਤਣ ਲੱਗੇ ਨੇ। ਜੀ। ਅਸੀਂ ਕਿਸੇ ਨੂੰ ਗਲਤ ਜਾਂ ਠੀਕ ਨਹੀਂ ਕਹਿ ਸਕਦੇ, ਬਿਲਕੁਲ ਬਿਲਕੁਲ। ਕਿਉਂਕਿ ਸਾਨੂੰ ਆਪ ਕੀਰਤਨ ਨਹੀਂ ਆਉਂਦਾ। ਜੀ ਜੀ ਪਰ ਅਸਥਾਈ ਜੇ ਰਹਾਓ ਦੀ ਪੰਕਤੀ ਬਣਾਈ ਜਾਏ ਜੀ ਤੇ ਉਹਦੇ ਨਾਲ ਗਾਉਣ ਵਾਲੇ ਨੂੰ ਤੇ ਸੁਣਨ ਵਾਲੇ ਨੂੰ ਸ਼ਬਦ ਦਾ ਭਾਵ ਚੰਗੀ ਤਰ੍ਹਾਂ ਸਮਝਾਏ। ਜੀ ਜੀ ਤੋ ਉਹ ਜਿਹੜਾ ਹੈ ਦੋ ਰਹਾਓ, ਉਹ ਪਹਿਲੀ ਰਹਾਓ ਦੀ ਪੰਕਤੀ ਵਿੱਚ ਪ੍ਰਸ਼ਨ ਹੈ, ਜੀ ਅਖੀਰਲੀ ਵਿੱਚ ਉਹਦਾ ਉੱਤਰ ਹੈ। ਜੀ ਜੀ ਇਸੇ ਤਰ੍ਹਾਂ ਜਿਵੇਂ ਗੁਰੂ ਪਾਤਸ਼ਾਹ ਜੀ ਦਾ ਸ਼ਬਦ ਹੈ, ਮੇਰਾ ਮਨ ਲੋਚੈ ਜੀ ਗੁਰਦਰਸ਼ਨ ਤਾਈ, ਜੀ ਉਹ 4 ਪਦੇ ਹਨ ਵੱਖਰੇ ਵੱਖਰੇ, ਜੀ 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 ਤੇ ਉਹਨਾਂ ਦਾ ਆਈਡੀਆ, ਖਿਆਲ ਵੱਖਰਾ ਵੱਖਰਾ ਹੈ। ਜੀ ਇਸ ਲਈ ਉਹਨਾਂ ਦੇ ਚੌਹਾਂ ਤੇ ਰਹਾਓ ਆਉਂਦਾ। ਜੀ। ਅੱਛਾ, ਰਾਤੀ ਆਂਦਾ ਜੀ। ਪੁਰਾਤਨ ਸਮੇਂ ਤੋਂ ਅਸੀਂ ਇਹ ਸੁਣਦੇ ਆਏ ਹਾਂ ਜੀ ਕਿ ਹੁਣ ਕਿਉਂਕਿ ਅੱਜ ਜਿਹੜਾ ਸਮਾਂ ਚੱਲ ਰਿਹਾ ਜੀ ਉਹਦੇ ਵਿੱਚ ਸਾਖੀਆਂ ਨੂੰ ਮਨਫੀ ਕੀਤਾ ਜਾ ਰਿਹਾ ਜੀ ਜਾਂ ਉਹਨਾਂ ਨੂੰ ਵਾਧੂ ਸਮਝਿਆ ਜਾ ਰਿਹਾ, ਪਰ ਨਹੀਂ। ਜੀ ਸਾਖੀਆਂ ਜਿਹੜੀਆਂ ਨੇ ਉਹ ਸਾਡੀ ਰੌਚਕਤਾ ਵਧਾਉਂਦੀਆਂ ਨੇ ਜੀ ਔਰ ਸਾਨੂੰ ਧਿਆਨ ਦਿਵਾਉਂਦੀਆਂ ਨੇ। ਜੀ ਅਸੀਂ ਬਚਪਨ ਤੋਂ ਸੁਣਦੇ ਆਏ ਜੀ ਭਾਈ ਗੁਰੂ ਰਾਮਦਾਸ ਜੀ ਦੇ ਵੱਡੇ ਭਾਈ ਜੀ ਸੰਹਾਰੀ ਮਲ ਦੇ ਬੱਚੇ ਦੀ ਸ਼ਾਦੀ ਸੀ ਜੀ ਤੇ ਉਹ ਗੁਰੂ ਰਾਮਦਾਸ ਜੀ ਕੋਲ ਅੰਮ੍ਰਿਤਸਰ ਆਏ, ਜੀ ਕਹਿਣ ਲੱਗੇ ਤੁਹਾਡੇ ਭਤੀਜੇ ਦੀ ਸ਼ਾਦੀ ਹੈ ਜੀ ਤੇ ਆਪ ਦਰਸ਼ਨ ਦਿਓ। ਜੀ ਗੁਰੂ ਰਾਮਦਾਸ ਜੀ ਸਤਿਗੁਰੂ ਸਨ, ਦੂਰਅੰਦੇਸ਼ ਸਨ। ਜੀ ਉਹਨਾਂ ਕਿਹਾ ਵੀਰ ਜੀ ਮੈਨੂੰ ਤੇ ਕੋਈ ਇਨਕਾਰ ਨਹੀਂ, ਜੀ ਪਰ ਮੈਂ ਗੁਰੂ ਨਾਨਕ ਦੀ ਗੱਦੀ ਦਾ ਸੇਵਾਦਾਰ ਹਾਂ। ਜੀ 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 ਜੇ ਮੈਂ ਤੁਹਾਡੇ ਘਰ ਜਾਵਾਂਗਾ ਵਿਆਹ ਜੀ ਤੇ ਉੱਥੇ ਸੰਗਤਾਂ ਆਉਣਗੀਆਂ ਜੀ ਤੇ ਤੁਹਾਨੂੰ ਖੇਚਲ ਵੱਧ ਜਾਏਗੀ, ਜੀ ਤੁਸੀਂ ਵਿਆਹ ਦੇ ਕਾਰਜ 'ਚ ਲੱਗੇ ਹੋਵੋਗੇ ਜੀ। ਤੇ ਸਾਡੀ ਡਿਊਟੀ ਹੈ ਸੰਗਤਾਂ ਨੂੰ ਅਟੈਂਡ ਕਰਨਾ। ਬਿਲਕੁਲ। ਇਸ ਲਈ ਮੇਰਾ ਜਾਣਾ ਥੋੜਾ ਮੁਸ਼ਕਲ ਹੈ। ਜੀ ਉਹ ਕਹਿੰਦੇ ਫਿਰ ਆਪਣੇ ਪਰਿਵਾਰ ਵਿੱਚੋਂ ਕਿਸੇ ਨੂੰ ਭੇਜੋ। ਜੀ ਪਰਿਵਾਰ ਵਿੱਚ ਵੱਡੇ ਪ੍ਰਿਥੀ ਚੰਦ ਸਨ, ਜੀ ਉਹਨਾਂ ਨੂੰ ਕਿਹਾ। ਜੀ ਉਹ ਕਹਿੰਦੇ ਪਿਤਾ ਜੀ ਤੁਸੀਂ ਜਾਣਦੇ ਹੋ ਮੇਰੇ ਜਿੰਮੇ ਕਿੰਨਾ ਵੱਡਾ ਕੰਮ ਹੈ, ਜੀ ਸੰਗਤਾਂ ਆਉਂਦੀਆਂ ਨੇ, ਉਹਨਾਂ ਤੋਂ ਕਾਰ ਭੇਟ ਲੈਣੀ, ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ, ਇਹ ਕਰ, ਮਤਲਬ ਅੰਦਰੋਂ ਉਹ ਜਾਣਾ ਨਹੀਂ ਚਾਹੁੰਦੇ ਸਨ। ਜੀ ਜੀ
ਤਥਾ ਉਹਨਾਂ ਨੇ ਪਿਤਾ ਜੀ ਦਾ ਹੁਕਮ ਨਹੀਂ ਮੰਨਿਆ। ਜੀ ਜੀ ਮਹਾਦੇਵ ਜੀ ਸਨ, ਉਹ ਮਸਤ ਸੁਭਾਅ ਦੇ ਸਨ। ਜੀ वो कहते कौन किसी का रिश्तेदार, कौन किसी की शादी, मैं नहीं करने जाता। जी फिर आखिर सब तो छोटे गुरु अर्जन देव जी जी उनके सतवचन जी वो गए। हदायत ये हुई कि उत्थे रह के तुसी ਵਿਆਹ ਵਿੱਚ ਹਾਜ਼ਰੀ ਭਰਨੀ ਹੈ, ਜੀ ਪਰ ਬਹੁਤਾ ਸਮਾਂ ਸੰਗਤਾਂ ਨੂੰ ਜੀ ਗੁਰਮਤਿ ਦਾ ਉਪਦੇਸ਼ ਕਰਨਾ। ਜੀ ਜੀ ਹੁਣ ਹਰ ਇੱਕ ਦਾ ਵੱਖਰਾ ਵੱਖਰਾ ਪਿਆਰ ਹੈ। ਜੀ ਕੋਈ ਪਿਤਾ ਨੂੰ ਪਿਤਾ ਹੀ ਸਮਝਦਾ ਹੈ ਜੀ ਤੇ ਕੋਈ ਪਿਤਾ ਨੂੰ ਰੱਬ ਸਮਝਦਾ ਹੈ। ਬਿਲਕੁਲ तो गुरु अर्जन देव पातशाह जी उदास हो गए। जी फिर उन्होंने 4 चिट्ठियां लिखियां। जी मेरा मन लोचै गुरदर्शन ताई, जी बिलप करे चातर की नाई। जी वो लंबी गाथा इतिहास है। जी अज उन्हें इतिहास पढ़न लई, सुनन लई, सुनाउण लई कोई तैयार ही नहीं। जी 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 ये चिट्ठी प्रिथी चंद जी के हथ आ गई। जी उन्होंने गुरु रामदास जी तक पहुँचाई नहीं। जी फिर दूजी चिट्ठी लिखी, जी एक घड़ी न मिलते ता कलयुग होता, जी ਉਹਦੇ ਥੱਲੇ ਵੀ ਰਹਾਓ ਹੈ। जी ਫਿਰ ਤੀਜੀ ਲਿਖੀ ਤੇ ਨੰਬਰ ਪਾਉਂਦੇ ਰਹੇ जी 1 2 3 जी ਤੇ ਹੁਣ ਤੀਜੀ ਚਿੱਠੀ ਦੇ ਸਿੱਖ ਨੂੰ ਕਿਹਾ जी ਬਈ ਇਹ ਚਿੱਠੀ ਤੂੰ ਕਿਸੇ ਹੋਰ ਨੂੰ ਨਹੀਂ ਦੇਣੀ। जी ਉਹ ਵੀ ਪਾਬੰਦ ਹੋ ਗਿਆ। जी ਉਹਨੇ ਗੁਰੂ ਰਾਮਦਾਸ ਜੀ ਨੂੰ ਦਿੱਤੀ जी ਤੇ ਗੁਰੂ ਰਾਮਦਾਸ ਜੀ ਨੇ ਜਦੋਂ ਉਹਦਾ ਤੀਜਾ ਆਖਰ ਸਮਾਂ ਆਉਣਾ ਸੀ ਨਾ, जी ਉਹਨਾਂ ਕਿਹਾ ਬਈ ਪਹਿਲੀਆਂ 2 ਚਿੱਠੀਆਂ ਕਿੱਥੇ ਨੇ? जी ਉਹਨੇ ਕਿਹਾ ਮਹਾਰਾਜ ਮੈਂ ਬਾਬਾ ਪ੍ਰਿਥੀ ਚੰਦ ਜੀ ਨੂੰ ਦੇ ਕੇ ਗਿਆ। जी ਪ੍ਰਿਥੀ ਚੰਦ ਜੀ ਕੋਲ ਬੈਠੇ ਨੇ। जी ਉਹ ਕਹਿੰਦੇ ਨਹੀਂ ਜੀ ਇਹ ਝੂਠ ਬੋਲਦਾ। जी ਗੁਰੂ ਰਾਮਦਾਸ ਜੀ ਨੇ ਇੱਕ ਸਿੱਖ ਨੂੰ ਬੁਲਾਇਆ जी ਤੇ ਉਹਦੇ ਚੁਬਾਰੇ ਵਿੱਚ ਭੇਜਿਆ। जी ਉਹਨੂੰ ਦੱਸਿਆ ਕਿ ਫਲਾਣੀ ਤਾਂ ਇਹਦਾ ਚੋਲਾ ਲਟਕਦੇ ਆ। जी ਉਹ ਚੋਲਾ ਲੈ ਆਇਆ, ਉਹਦੇ ਚੋਂ ਚਿੱਠੀਆਂ ਨਿਕਲ ਆਈਆਂ। जी ਫਿਰ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਭੇਜਿਆ। जी ਉਹ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਲੈ ਕੇ ਆਏ। जी जी ਫਿਰ ਉਹਨਾਂ ਨੇ ਚਿੱਠੀ ਚੌਥੀ ਚਿੱਠੀ जी ਭਾਗ ਹੋਆ ਗੁਰ ਸੰਤ ਮਿਲਾਇਆ, जी ਪ੍ਰਭ ਬਨਾਸੀ ਘਰ ਮੈਂ ਪਾਇਆ, जी ਸੇਵ ਕਰੀ ਪਲ ਤੁਸਾਂ ਨ ਵਿਛੁਣਾ, ਜੀ। ਜਨ ਨਾਨਕ ਦਾਸ ਤੁਮਾਰੇ। जी ਪਰ ਹੁਣ ਅੱਜ ਦੇ ਜਿਹੜੇ ਖੋਜੀ ਨੇ जी ਉਹ ਇਹਨਾਂ ਸਾਖੀਆਂ ਨੂੰ जी ਮਨਫੀ ਕਰਦੇ ਜਾ ਰਹੇ ਨੇ। जी ਅਸੀਂ ਬਚਪਨ ਤੋਂ ਸੁਣਦੇ ਵੀ ਰਹੇ ਹਾਂ, ਸੁਣਾਉਂਦੇ ਵੀ ਰਹੇ ਹਾਂ। जी जी ਹੁਣ ਉਹ 4 ਸਮਿਆਂ ਤੇ ਵੱਖ-ਵੱਖ ਲਿਖੇ ਹੋਏ ਮਜ਼ਮੂਨ ਨੇ जी ਤੇ ਉਹਨਾਂ ਦੇ ਥੱਲੇ 4 ਰਹਾਓ ਨੇ। जी जी ਇਹ ਸਾਰੀ ਸੇਧ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਮਿਲਦੀ ਹੈ। जी 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 ਸ਼ਬਦ ਸੀ ਜੀ, ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ। ਇਹਦੇ ਅਰਥ ਕਰਿਓ ਜੀ। ਅਸਲ ਗੱਲ ਇਹ ਹੈ ਕਿ ਸਾਡੇ ਬਹੁਤੇ ਪਾਠੀਆਂ ਨੂੰ, ਸਰੋਤਿਆਂ ਨੂੰ ਜੀ ਇਹ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ 15 ਭਗਤਾਂ ਦੀ ਬਾਣੀ ਹੈ, ਜੀ ਉਹ ਸਾਰੇ ਭਗਤ ਸ਼ਬਦ ਤੇ ਇੱਕੋ ਲਈ ਹੈ ਸਾਰਿਆਂ ਲਈ, ਹਾਂਜੀ ਹਾਂਜੀ ਪਰ ਉਹ ਵੱਖ-ਵੱਖ ਇਲਾਕਿਆਂ ਦੇ ਨੇ, ਜੀ ਉਹਨਾਂ ਦੀਆਂ ਵੱਖ-ਵੱਖ ਬੋਲੀਆਂ ਹਨ। ਜੀ ਤੋ ਜਿਹੜੇ ਭਗਤ ਫਰੀਦ ਜੀ ਹਨ, ਜੀ ਇਹ ਮੁਲਤਾਨ ਦੇ ਹਨ। ਜੀ ਇਹਨਾਂ ਦਾ ਪਿੰਡ ਖੋਤੀਵਾਲ ਹੈ। ਜੀ ਹੁਣ ਜਿਹੜੇ ਇਲਾਕੇ ਵਿੱਚ ਕੋਈ ਪੈਦਾ ਹੁੰਦਾ ਹੈ, ਜੀ ਉਸ ਇਲਾਕੇ ਦੀ ਬੋਲੀ ਬੋਲਦਾ। ਬਿਲਕੁਲ ਜੀ। ਤੋ ਫਰੀਦ ਜੀ ਦੀ ਬੋਲੀ ਸ਼ਬਦਾਵਲੀ ਵਿੱਚ, ਬਾਣੀ ਵਿੱਚ ਮੁਲਤਾਨੀ ਅੱਖਰ ਜਿਹੜੇ ਨੇ ਉਹਨਾਂ ਦੀ ਬੋਲਟ ਹੈ। ਜੀ ਇੱਥੇ ਹੈ ਫਰੀਦਾ ਜੋ ਤੈ ਮਾਰਨ ਮੁਕੀਆਂ ਜੀ ਤਿਨਾਂ ਨਾ ਮਾਰੇ ਘੁੰਮ। ਹਾਂਜੀ ਘੁੰਮ ਦਾ ਮਤਲਬ ਹੈ ਬਦਲ ਕੇ। ਜੀ ਜੇ ਤੇਰੇ ਨਾਲ ਕੋਈ ਵਧੀਕੀ ਵੀ ਕਰਦਾ ਹੈ, ਜੀ ਤੂੰ ਉਹਨੂੰ ਬਦਲੇ ਵਿੱਚ ਵਧੀਕੀ ਨਾ ਕਰ। ਜੀ ਆਪ ਨੜੇ ਘਰ ਜਾਈਏ, ਜੀ ਪੈਰ ਤਿਨਾਂ ਦੇ ਚੁੰਮ। ਜੀ ਉਹਨਾਂ ਦਾ ਪੈਰ ਚੁੰਮ ਕੇ ਦਾ ਭਾਵ ਹੈ ਸਤਿਕਾਰ ਕਰਕੇ, ਬੁਰਾ ਨਾ ਮਨਾ ਕੇ ਜੀ ਤੂੰ ਆਪਣੇ ਘਰ ਨੂੰ ਚਲਾ ਜਾ, ਜੀ ਤੇਰਾ ਕੋਈ ਨੁਕਸਾਨ ਨਹੀਂ। ਉਹ ਇੱਕ ਪ੍ਰਕਰਨ ਹੈ, ਜੀ ਜਦੋਂ ਅੱਗੇ ਪੜੋਗੇ ਜੀ ਉਹ ਗੱਲ ਖੁੱਲ ਜਾਏਗੀ ਜੀ ਵੀ ਇਹਦੇ ਨਾਲ ਤੈਨੂੰ ਕੀ ਮਿਲੇਗਾ। ਜੀ ਤੇਰੇ ਅੰਦਰ ਕ੍ਰੋਧ ਨਹੀਂ ਆਵੇਗਾ, ਜੀ ਤੇਰੇ ਅੰਦਰੋਂ ਈਰਖਾ ਖਤਮ ਹੋ ਜਾਏਗੀ। ਜੀ ਇਹ ਹੈ ਦਾ ਮਤਲਬ ਜੀ ਕਿ ਬਦਲੇ ਦੀ ਭਾਵਨਾ ਨਾ ਕਰ।
ਘੁੰਮ ਦਾ ਮਤਲਬ ਇੱਥੇ ਹੈ ਘੁੰਮ ਕੇ। ਜੀ ਕਈ ਉਹਦਾ ਕਰਦੇ ਨੇ ਘਸੁੰਨ, ਜੀ ਉਹ ਗਲਤ ਹੈ। ਜੀ ਘੁੰਮ ਦਾ ਮਤਲਬ ਹੈ ਦੁਬਾਰਾ ਉਹਦਾ ਬਦਲਾ ਨਾ ਲੈ। ਜੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਤਰੀਕੇ ਨਾਲ ਕਿਹਾ, ਜੀ ਪਰ ਕਾ ਬੁਰਾ ਨਾ ਰੱਖੋ ਚੀਤ, ਜੀ ਤੁਮਕੋ ਦੁੱਖ ਨਹੀਂ ਪਾਈ ਮੀਤ। ਜੀ ਕਈ ਲੋਕ ਕਹਿੰਦੇ ਨੇ ਉਹ ਜੀ ਸਾਡੇ ਨਾਲ ਕੋਈ ਬੁਰਾ ਕਰੇ ਤੇ ਫਿਰ ਅਸੀਂ ਕੀ ਕਰੀਏ। ਜੀ ਮਹਾਰਾਜ ਕਹਿੰਦੇ ਨੇ ਨਿਰਵੈਰੈ ਸੰਗ ਜੋ ਵੈਰ ਰਚਾਏ, ਜੀ ਆਪਣੇ ਘਰ ਨੂੰ ਕੀ ਲਾਇੰਦਾ। ਜੀ ਜੇ ਤੁਹਾਡੇ ਅੰਦਰ ਵੈਰ ਦੀ ਭਾਵਨਾ ਨਹੀਂ, ਜੀ ਅਗਲਾ ਵੈਰ ਕਰਦਾ ਜੀ ਤੇ ਉਹ ਆਪਣੀ ਲਾਈ ਹੋਈ ਅੱਗ ਵਿੱਚ ਆਪ ਸੜੇਗਾ, ਜੀ ਤੁਹਾਡਾ ਨਹੀਂ ਕੱਖ ਵਿਗੜੇਗਾ। ਪਰ ਇਸ ਪੱਧਰ ਤੀਕਰ ਪਹੁੰਚਣਾ, ਆਪਣੇ ਆਪ ਨੂੰ ਟਿਕਾਉਣਾ ਸਾਡੇ ਵੱਸ ਦੀ ਗੱਲ ਨਹੀਂ। ਜੀ ਅਸੀਂ ਤਾਂ ਕਹਿੰਦੇ ਜੀ ਨਹਿਲੇ ਤੇ ਦਹਿਲਾ ਠੋਕਾਂਗੇ, ਜੀ ਇੱਟ ਦਾ ਜਵਾਬ ਪੱਥਰ ਦੇਾਂਗੇ। ਜੀ ਪਰ ਭਗਤ ਫਰੀਦ ਜੀ ਕਹਿੰਦੇ ਨਾ, ਫਰੀਦਾ ਜੋ ਤੈਂ ਮਾਰਨ ਮੁਕੀਆਂ। ਜੀ ਹੁਣ ਇਹਦੇ ਚ ਅਰਥ ਕਰਨ ਵੇਲੇ ਮਾਰਨ ਦੇ ਨੰਨੇ ਨੂੰ ਸਿਆਰੀ ਹੈ, ਜੀ ਘੁੰਮਦੇ ਮੰਮੇ ਨੂੰ ਸਿਆਰੀ ਹੈ। ਜੀ ਉੱਥੇ ਤੱਕ ਅਸੀਂ ਪਹੁੰਚਦੇ ਹੀ ਨਹੀਂ। ਜੀ ਜੀ ਸਾਡੇ ਵਿੱਚ ਕੁਝ ਐਸੇ ਵੀ ਵੀਰ ਹੈਗੇ ਨੇ, ਜੀ ਉਹਨਾਂ ਨੇ ਗੁਰਬਾਣੀ ਤੇ ਕੋਈ ਲਗਾ ਮਾਤਰਾ ਲਾਗੂ ਹੀ ਨਹੀਂ ਹੋ ਸਕਦੀਆਂ। ਕਿਉਂ? ਵਿਆਕਰਨ ਲਾਗੂ ਹੀ ਨਹੀਂ ਹੋ ਸਕਦਾ। ਜੀ ਨਹੀਂ ਨਹੀਂ, ਗੁਰਬਾਣੀ ਦੇ ਅਰਥ ਕਰਨ ਲਈ ਉਹਦੀਆਂ ਲਗਾ ਮਾਤਰਾ ਨੂੰ ਸਮਝਣਾ ਜੀ ਬਹੁਤ ਜ਼ਰੂਰੀ ਹੈ। ਜੀ ਜੀ ਮੈਂ ਕਈ ਵਾਰੀ ਬੇਨਤੀ ਕਰਦਾ, ਹੁਣ ਮਨ ਅੱਖਰ ਹੈ। ਜੀ ਮਨ ਮੰਮਾ ਨੰਨੇ ਨੂੰ ਔਂਕੜ ਮਨ, ਜੀ ਮੰਮਾ ਨੰਨਾ ਮੁਕਤਾ ਮਨ, ਜੀ ਮੰਮਾ ਨੰਨੇ ਨੂੰ ਸਿਆਰੀ ਮਨ, ਜੀ ਮੰਮੇ ਨੂੰ ਮੰਗ ਟਿੱਪੀ ਨੰਨੇ ਨੂੰ ਸਿਆਰੀ ਮਨ। ਜੀ ਉਚਾਰਨ ਸਾਰਿਆਂ ਦਾ ਮਨ ਹੈ, ਜੀ ਪਰ ਪੁੱਛਿਆ ਤੇ ਜਾ ਸਕਦਾ ਹੈ ਨਾ, ਜੀ ਇਹਨੂੰ ਔਂਕੜ ਕਿਉਂ ਹੈ, ਇਹਨੂੰ ਔਂਕੜ ਕਿਉਂ ਨਹੀਂ, ਇਹਨੂੰ ਸਿਆਰੀ ਹੈ, ਇਹਨੂੰ ਕਿਉਂ ਨਹੀਂ। ਜੀ 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 ਤਾਂ ਜਦੋਂ ਤੱਕ ਇਹ ਸਮਝ ਨਾ ਆਵੇ, ਜਿਹੜਾ ਮਨ ਨੰਨੇ ਨੂੰ ਔਂਕੜ ਵਾਲਾ ਹੈ ਉਹ ਨਾਉਨ ਹੈ, ਪੁਲਿੰਗ ਹੈ, ਇੱਕ ਵਚਨ ਹੈ। ਜੀ ਜਿਹੜਾ ਮਨ ਨੰਨਾ ਮੁਕਤਾ ਉਹ ਸੰਬੋਧਨ ਹੈ। ਜੀ ਇਹ ਮਨ ਮੇਰਿਆ, ਜੀ ਇਹ ਮਨ ਪਿਆਰਿਆ, ਜੀ। ਇਹ ਮਨ ਚੰਚਲਾ, ਸੁਣ ਮਨ ਮੇਰੇ। ਜੀ ਹੁਣ ਇਹ ਤਾਂ ਦੇਖਣ ਦੀ ਗੱਲ ਹੈ ਕਿ ਉੱਥੇ ਮਨ ਦਾ ਨੰਨਾ ਮੁਕਤਾ ਹੋਏਗਾ। ਜੀ ਜਪਜੀ ਸਾਹਿਬ ਚ ਰੋਜ਼ ਪੜ੍ਹਦੇ ਹਾਂ, ਐਸਾ ਨਾਮ ਨਿਰੰਜਨ ਹੋਏ ਜੀ ਜੇ ਕੋ ਮਨ ਜਾਣੈ ਮਨ ਕੋਏ। ਜੀ ਇੱਕ ਮਨ ਦੇ ਮੰਮੇ ਨੂੰ ਟਿੱਪੀ ਹੈ, ਇੱਕ ਮਨ ਦਾ ਮੰਮਾ ਮੁਕਤਾ। ਜੀ ਜਿਹਦੇ ਤੇ ਟਿੱਪੀ ਉਹਨੂੰ ਸਟ੍ਰੈਸ ਦੇ ਕੇ ਬੋਲਣਾ ਹੈ। ਜੀ ਜਿਹੜਾ ਮਨ ਮੰਮਾ ਮੁਕਤਾ ਹੈ ਉਹਨੂੰ ਪੋਲਾ ਜਿਹਾ ਬੋਲਣਾ ਹੈ। ਜੀ ਜਿਹਦੇ ਨੰਨੇ ਨੂੰ ਸਿਆਰੀ, ਉਹਦਾ ਮਤਲਬ ਮਨ ਵਿੱਚ। ਜੀ ਤੋ ਇਹ ਗੱਲਾਂ, ਇਸੇ ਨੂੰ ਗ੍ਰਾਮਰ ਕਹਿੰਦੇ ਨੇ, ਜੀ ਇਸੇ ਨੂੰ ਵਿਆਕਰਨ ਕਹਿੰਦੇ ਨੇ। ਜੀ ਤੇ ਇਹਦੇ ਸਮਝੇ ਤੋਂ ਬਿਨਾ ਗੁਰਬਾਣੀ ਦੇ ਅਰਥ ਸਮਝਣੇ ਮੁਸ਼ਕਲ ਨੇ। ਜੀ ਭਗਤ ਫਰੀਦ ਜੀ ਕਿਉਂਕਿ ਬਹੁਤ ਵੱਡੇ ਭਗਤ ਨੇ, ਜੀ ਤਪਸਵੀ ਨੇ, ਸਾਧੂ ਨੇ, ਉਹਨਾਂ ਨੇ ਆਪਣੇ ਜੀਵਨ ਨੂੰ ਸਵਾਰਿਆ। ਜੀ ਹੁਣ ਆਮ ਤੌਰ ਤੇ ਅਸੀਂ ਵਿਆਹ ਸ਼ਾਦੀਆਂ ਸੁਣਾਇਆ ਕਰਦੇ ਸੀ, ਹਾਂਜੀ ਬਈ ਫਰੀਦ ਜੀ ਕੋਲ ਕੋਈ ਬੀਬੀ ਆਈ, ਜੀ ਆਂਦੀ ਭਗਤ ਜੀ ਤੁਸੀਂ ਆਪਣਾ ਖੁਦਾ ਵਸ ਕਰ ਲਿਆ, ਜੀ ਮੈਨੂੰ ਵੀ ਦੱਸੋ ਤਰੀਕਾ, ਜੀ ਮੈਂ ਵੀ ਆਪਣੇ ਪਤੀ ਨੂੰ ਵਸ ਕਰ ਲਵਾਂ। ਜੀ ਭਗਤ ਜੀ ਨੇ ਆਖਿਆ ਕਰਨਾ ਪਤੀ ਵਸ। ਜੀ ਸਵਾਲ ਹੈ ਕਮਣ ਸੋ ਅੱਖਰ, ਜੀ ਕਮਣ ਗੁਣ, ਕਮਣ ਸੁਮਣੀਆਂ ਮੰਤ, ਜੀ ਕਮਣ ਸੁਬੇ ਸੋ ਹਉ ਕਰੀ, ਜੀ ਜਿਤ ਵਸ ਆਵੇ ਕੰਤ। ਕੰਤ ਜੀ ਭਗਤ ਜੀ ਕਹਿੰਦੇ ਫਿਰ ਇਉਂ ਕਰ, ਨਿਮਣ ਸੋ ਅੱਖਰ, ਖਮਣ ਗੁਣ, ਜੀ ਜੇਬਾ ਮਣੀਆਂ ਮੰਤ, ਜੀ ਇਹ ਤ੍ਰੈ ਭੈਣੇ ਵੇਸ ਕਰ, ਜੀ ਤਾਂ ਵਸ ਆਵੇ ਕੰਤ। ਜੀ ਹੁਣ ਤੇ ਅਸੀਂ ਬਾਣੀ ਪੜ੍ਹੀ ਜਾ ਰਹੇ ਹਾਂ, ਪੜ੍ਹਾਈ ਜਾ ਰਹੇ ਹਾਂ। ਜੀ ਅੱਗੇ ਸ਼ਲੋਕ ਪੜ੍ਹਦੇ ਸਨ, ਜੀ ਸੰਗਤ ਭਰਪੂਰ ਬੈਠੀ ਹੁੰਦੀ ਸੀ ਜੀ ਤੇ ਉਸ ਪਾਠੀ ਦੀ ਸੇਵਾ ਲਾਈ ਜਾਂਦੀ ਸੀ, ਜਿਹੜਾ ਸ਼ਲੋਕਾਂ ਨੂੰ ਚੰਗੀ ਤਰ੍ਹਾਂ ਠਹਿਰਾ ਕੇ ਪੜ੍ਹੇ ਤੇ ਸੰਗਤ ਨੂੰ ਸਮਝਾ। ਜੀ ਜੀ ਸਮਝਾ ਉਹੀ ਸਕਦਾ ਜਿਹਨੂੰ ਆਪ ਸਮਝਾਵੇ। ਬਿਲਕੁਲ ਬਿਲਕੁਲ ਤੋ ਇੱਥੇ ਘੁੰਮ ਦਾ ਮਤਲਬ ਦੁਬਾਰਾ ਤੂੰ ਉਹਦੇ ਤੋਂ ਬਦਲਾ ਨਾ ਲੈ, ਜੀ ਬਲਕਿ ਉਹਦਾ ਤੂੰ ਸਤਿਕਾਰ ਕਰਕੇ ਆਪਣੇ ਘਰ ਜਾ। ਇਹਦੇ ਨਾਲ ਤੈਨੂੰ ਕੀ ਲਾਭ ਹੋਵੇਗਾ? ਜੀ ਫਰੀਦਾ ਬੁਰੇ ਦਾ ਭਲਾ ਕਰ, ਜੀ ਗੁੱਸਾ ਮਨ ਨਾ ਹਟਾਏ, ਜੀ ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਝ ਪਾਏ। ਜੀ ਅੱਜ ਜਿੰਨਾ ਬਲੱਡ ਪ੍ਰੈਸ਼ਰ ਵਧਿਆ, ਜੀ ਇਹ ਕ੍ਰੋਧ ਕਰਕੇ, ਜੀ ਈਰਖਾ ਕਰਕੇ। ਜੇ ਅੱਜ ਵੀ ਕ੍ਰੋਧ ਦਾ ਪੱਲਾ, ਈਰਖਾ ਦਾ ਪੱਲਾ ਛੱਡ ਦਿਓ, ਜੀ ਬਲੱਡ ਪ੍ਰੈਸ਼ਰ ਕੋਈ ਨਹੀਂ ਹੈਗਾ। ਜੀ ਬਲੱਡ ਪ੍ਰੈਸ਼ਰ ਹੁੰਦਾ ਹੀ ਉਦੋਂ ਹੈ ਜੀ ਜਦੋਂ ਕ੍ਰੋਧ ਚ ਆ ਜਾਵੇ। ਜੀ ਜੀ ਤਾਂ ਬਾਣੀ ਜੀਵਨ ਜਾਚ ਹੈ, ਜੀ ਅਸੀਂ ਇਹਨੂੰ ਸਮਝ ਨਹੀਂ ਰਹੇ। ਜਿਹੜੇ ਸਮਝਦੇ ਨੇ ਭਾਗਾਂ ਵਾਲੇ,
ਉਹ ਆਨੰਦ ਵਿੱਚ ਨੇ। ਜੀ ਜੀ। ਜੇ ਬਾਰ-ਬਾਰ ਹੀ ਬੰਦਾ ਮੁੱਕੇ ਹੀ ਮਰ ਜਾਵੇ ਫਿਰ ਜੀ ਕੀ ਕਰਨਾ ਹੁੰਦਾ ਜੀ? ਫਿਰ ਕੀ ਕਹਿੰਦੀ ਹੈ ਗੁਰਬਾਣੀ ਜੀ? ਮੈਂ ਤੇ ਦੱਸਿਆ ਤੁਹਾਨੂੰ ਜੀ ਫਿਰ ਉਹਦਾ ਇਲਾਜ ਉਹ ਕਰਦਾ, ਜੀ ਪਰਮਾਤਮਾ ਕਰਦਾ। ਨਿਰਵੈਰ ਸੰਗ ਜੀ ਜੋ ਵੈਰ ਰਚਾਏ, ਜੀ ਆਪਣੇ ਘਰ ਲੂਕੀ ਲਾਇਦਾ। ਜੀ ਮੇਰਾ ਇਹ ਨਿਸ਼ਚਾ ਹੈ ਕਿ ਗੁਰਸਿੱਖ ਨੂੰ ਜੀ ਇਹ ਸਭ ਕੁਝ ਸਮਝਣ ਲਈ 3 ਸੋਮਿਆਂ ਨਾਲ ਜੁੜਨਾ ਚਾਹੀਦਾ। ਜੀ ਤੁਸੀਂ ਆਖੋਗੇ ਕਿਹੜੇ ਕਿਹੜੇ ਸੋਮ? ਜੀ ਸਭ ਤੋਂ ਪਹਿਲਾ ਸੋਮਾ ਹੈ ਗੁਰਬਾਣੀ, ਜੀ ਦੂਜਾ ਸੋਮਾ ਹੈ ਗੁਰੂ ਸਾਹਿਬਾਨ ਦਾ ਜੀਵਨ ਇਤਿਹਾਸ, ਜੀ ਤੀਜਾ ਸੋਮਾ ਉਹਨਾਂ ਗੁਰਸਿੱਖਾਂ ਦਾ ਜੀਵਨ ਇਤਿਹਾਸ ਜੀ ਜਿਨ੍ਹਾਂ ਨੇ ਗੁਰੂ ਕੇ ਪਾਏ ਪੂਰਨਿਆਂ ਤੇ ਚੱਲੇ। ਜੀ ਕੀ ਗੁਰੂ ਅਰਜਨ ਦੇਵ ਜੀ ਨਾਲ ਪ੍ਰਿਥੀ ਚੰਦ ਜੀ ਨੇ ਘੱਟ ਗੁਜ਼ਾਰੀ ਹੈ? ਜੀ ਪਰ ਹੁਣ ਅੱਜ ਦੇ ਬੱਚਿਆਂ ਨੂੰ ਕੀ ਪਤਾ? ਇਹਨਾਂ ਨੂੰ ਤਾਂ ਫਿਲਮਾਂ ਦਾ ਪਤਾ, ਜੀ ਇਹਨਾਂ ਨੂੰ ਤਾਂ ਸੀਰੀਅਲ ਦਾ ਪਤਾ, ਜੀ ਜੀ ਇਹਨਾਂ ਨੂੰ ਪਤਾ ਹੀ ਨਹੀਂ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਕੌਣ ਸਨ ਤੇ ਕੀ ਕਰਦੇ ਰਹੇ। ਜੀ ਜੀ ਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਹਮੇਸ਼ਾ ਕੋਈ ਉਹਨਾਂ ਲਈ ਬੁਰਾ ਸ਼ਬਦ ਨਹੀਂ ਕਿਹਾ ਜੀ ਤੇ ਫਿਰ ਪਰਮੇਸ਼ਵਰ ਨੇ ਆਪੇ ਹੀ ਸਭ ਕੁਝ ਕਰਤਾ। ਜੀ ਹੁਣ ਇਹਦੇ ਲਈ ਸਮਾਂ ਚਾਹੀਦਾ। ਜੀ ਜੀ ਸੁਨੀ ਖਾਨ ਚੜ੍ਹਾਈ ਕਰਕੇ ਆ ਗਿਆ, ਜੀ 5000 ਫੌਜ ਸੀ ਉਹਦੇ ਨਾਲ, ਜੀ ਪ੍ਰਿਥੀ ਚੰਦ ਦਾ ਉਹ ਪ੍ਰੇਰਿਆ ਹੋਇਆ ਸੀ। ਜੀ ਅੱਜ ਵੀ ਚੱਲਦਾ ਹੈ। ਜੀ ਸਰਕਾਰੀ ਅਹੁਦਿਆਂ ਵਾਲਿਆਂ ਨੂੰ ਲੋਕ ਰਿਸ਼ਵਤਾਂ ਦੇ ਕੇ ਪੈੜੇ ਕੰਮ ਕਰਾਉਂਦੇ ਨੇ। ਬਿਲਕੁਲ ਬਿਲਕੁਲ ਸੰਗਤ ਨੇ ਫਿਕਰ ਕੀਤਾ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਜੀ ਕਹਿੰਦੇ ਸੱਚੇ ਪਾਤਸ਼ਾਹ ਸੁਣਿਆ ਸੁਲੀ ਖਾਨ ਜੀ ਚੜ੍ਹਾਈ ਕਰਕੇ ਆ ਰਹੇ, ਜੀ ਕੁਝ ਆਪਾਂ ਯਤਨ ਕਰੀਏ। ਜੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਆਸਾਰਾ ਵਿੱਚ, ਜੀ ਪ੍ਰਥਮੇ ਮਤਾ ਦੇ ਪੱਤਰੀ ਚਲਾਵੋ, ਜੀ ਦੁਤੀਏ ਮਤਾ ਦੋ ਮਾਨੁਖ ਪਹੁੰਚਾਵੋ, ਜੀ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਜੀ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਜੀ ਮੈਂ ਆਪਣੇ ਕੋਲੋਂ ਦਾ ਨਹੀਂ ਕਹਿ ਰਿਹਾ, ਬਿਲਕੁਲ ਇਤਿਹਾਸ ਹੈ। ਜੀ ਜੀ ਇਹ ਗੁਰੂ ਕੇ ਜੀਵਨ ਵਿੱਚ ਵਾਪਰੀਆਂ ਗੱਲਾਂ ਨੇ। ਜੀ ਤੇ ਫਿਰ ਹੋਇਆ ਕਿ ਉਹੀ ਸੁਲੀ ਹਾਂਜੀ ਉਸੇ ਪ੍ਰਿਥੀ ਚੰਦ ਦੇ ਭੱਠੇ 'ਚ ਹੀ ਸੜ ਮਰਿਆ। ਜੀ ਗੁਰੂ ਅਰਜਨ ਦੇਵ ਜੀ ਨਹੀਂ ਗਏ ਕੁਝ ਕਰਨ ਜਾਂ ਉਹਨਾਂ ਸਰਾਪ ਨਹੀਂ ਦਿੱਤਾ। ਜੀ ਇਹ ਤਾਂ ਪਰਮੇਸ਼ਵਰ ਨੇ ਵਿਧ ਬਣਾਈ। ਜੀ ਪ੍ਰਿਥੀ ਚੰਦ ਨੇ ਕਿਹਾ ਜੀ ਮੈਂ ਜੀ ਪੱਠੇ ਲਾਏ ਨੇ, ਜੀ ਚਲੋ ਤੁਹਾਨੂੰ ਵਿਖਾ ਲਿਆਵਾਂ। ਜੀ ਹਰ ਬੰਦੇ ਨੂੰ ਸ਼ੌਂਕ ਹੁੰਦਾ ਹੈ। ਜੀ ਉਹਨੇ ਕਦੇ ਪੱਠਾ ਦੇਖਿਆ ਨਹੀਂ ਸੀ। ਜੀ ਕੋਈ ਕਹਿੰਦਾ ਜੀ ਪ੍ਰਿਥੀ ਚੰਦ ਨੂੰ ਰਸਤੇ 'ਚ ਪਿਸ਼ਾਬ ਆ ਗਿਆ, ਉਹ ਰੁਕਿਆ। ਹਾਂਜੀ ਸੁਲੀ ਖਾਨ ਜਿਉਂ ਘੋੜਾ ਚੜਾਇਆ ਸਿੱਧਾ ਪੱਠੇ ਤੇ ਗਿਆ। ਜੀ ਪੱਠੇ ਦੀ ਅੱਗ ਕਿੰਨੀ ਭਿਆਨਕ ਹੁੰਦੀ ਹੈ, ਜੀ ਜਿਹੜੀ ਮਿੱਟੀ ਦੀਆਂ ਇੱਟੀਆਂ ਨੂੰ ਲਾਲ ਕਰ ਦਿੰਦੀ ਹੈ। ਬਿਲकुल जी ਬਸ ਫਿਰ ਸੁਲੀ ਤੇ ਨਾਰਾਇਣ ਰਾਖ जी सुली का हाथ कहीं न पहुंचे, जी सुली होए मुआ ना पाक, जी मंदा चितवत चितवत पचया, जी जिन रचया तिन दीना ताक, जी काट कुठार खसम सिर काटिया, खिन में होए गया है खाक। जी क्योंकि मुसलमाना विच इस्लाम धर्म की शरह के मुताबिक जी किसी का अग विच सड़ना सड़ के मरना जी उन्होंने नापाक मौत कहा जाता है। जी ते सुली मुसलमान सी, जी वो नापाक मौते मरिया। जी गुरु अर्जन देव जी ने कुछ नहीं कहा, जी ये अकाल पुरख ने किया। जी जी उन्होंने सानू जीवन जहाज सिखाई। तुहाडे सवाल का जवाब है जी कि जो मुड़ मुड़ के मुखियां मारी जाए, जी फिर उसका की जवाब है? जी ਉਹਦਾ ਫਿਰ ਉਹ ਪ੍ਰਬੰਧ करेगा। जी एक फिर जब आपकी औद निधान बने अत ही रन में तब जूझ मरो। ਉਹ ਇੱਕ ਵੱਖਰਾ ਮਿਸ਼ਨ ਹੈ। ओ जी ਉਹਦੇ ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਨੇ, जी हे ਵਾਹਿਗੁਰੂ जी ਮੇਰੀ ਇਹ ਲਾਲਸਾ ਹੈ, जी ਦੇ ਸ਼ਿਵਾ ਭਰ ਮੋਹੇ ਇਹ ਹੈ, जी ਸ਼ੁਭ ਕਰਮਨ ਤੇ ਕਬਹੂ ਨਾ ਡਰ। जी ਮੈਨੂੰ ਤੁਸੀਂ ਚੰਗੇ ਕੰਮ ਕਰਨ ਲਈ ਭੇਜਿਆ, ਮੈਂ ਚੰਗੇ ਕੰਮ ਕਰਨ ਤੋਂ ਨਾ ਰੁਕਾਂ जी ਔਰ ਮੈਂ ਆਪਣੇ ਮਨ ਨੂੰ ਹਰ ਵੇਲੇ ਸਿੱਖਿਆ ਦੇਵਾਂ। जी ਦੇ ਸ਼ਿਵਾ ਪਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੋ। जी न डरो अरसों जब जाए लड़ो, जी निश्चय करे अपनी जीत करो। जी और जब आपकी औद निदान बने। जी ਹੁਣ ਦੇਖੋ ਗੁਰਬਾਣੀ ਵਿੱਚ ਨਿਦਾਨ ਨਿਦਾਨ ਨਿਦਾਨ
ਇਹ ਤਿੰਨ ਰੂਪਾਂ ਵਿੱਚ ਆਉਂਦਾ ਹੈ। ਜੀ ਪਰ ਬਹੁਤੇ ਲੋਕਾਂ ਨੂੰ ਨਹੀਂ ਪਤਾ। ਜੀ ਨਿਦਾਨ ਦਾ ਮਤਲਬ ਹੈ ਖਜ਼ਾਨਾ, ਜੀ ਨਾਦਾਨ ਦਾ ਮਤਲਬ ਹੈ ਅਣਜਾਣ, ਜੀ ਨਿਦਾਨ ਦਾ ਮਤਲਬ ਹੈ ਅੰਤ ਵੇਲੇ। ਜੀ ਜਦੋਂ ਮੇਰੇ ਜੀਵਨ ਦਾ ਆਖਰੀ ਸਮਾਂ ਹੋਵੇ, ਜੀ ਮੈਂ ਮੈਦਾਨੇ ਜੰਗ ਵਿੱਚ ਜੂਝ ਕੇ ਮਰਾਂ। ਜੀ ਇਹ ਸੂਰਮਿਆਂ ਵਾਲੀ ਸਪਿਰਟ ਹੈ। ਜੀ ਸੂਰਮੇ ਕਦੇ ਪਿੱਠ ਤੇ ਗੋਲੀ ਖਾਣੀ ਪਸੰਦ ਨਹੀਂ ਕਰਦੇ, ਜੀ ਛਾਤੀ ਵਿੱਚ ਗੋਲੀ ਖਾਣੀ ਪਸੰਦ ਕਰਦੇ। ਹਾਂਜੀ ਤੋ ਇਹ ਕਲਗੀਆਂ ਵਾਲੇ ਦਾ ਇੱਕ ਉਹ ਜਜ਼ਬਾ ਹੈ ਜੀ ਜਿਹੜਾ ਕਰਨ ਲਈ ਉਹ ਆਏ ਸਨ। ਜੀ ਹੁਣ ਅਮੂਮਨ ਮੁਸ਼ਕਲ ਕਿੱਥੇ ਆ ਗਈ ਹੈ ਜੀ ਕਿ ਅਸੀਂ ਆਪ ਤੇ ਕੁਝ ਪੜ੍ਹਦੇ ਨਹੀਂ। ਜੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਹਮ ਇਹ ਕਾਜ ਜਗਤ ਮੋ ਆਏ, ਜੀ ਧਰਮ ਹੇਤ ਗੁਰਦੇਵ ਪਠਾਏ, ਜੀ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲਿਓ ਪਾੜ, ਜੀ ਯਾਹੀ ਕਾਜ ਧਰਾ ਹਮ ਜਨਮ, ਜੀ ਸਮਝ ਲਿਓ ਸਾਧੂ ਸਮਨ। ਜੀ ਪਰ ਉਹ ਬੜੇ ਸਿਧਾਂਤ ਦੇ ਪੱਕੇ ਸਨ। ਜੀ 14 ਜੰਗ ਲੜੇ ਗੁਰੂ ਗੋਬਿੰਦ ਸਿੰਘ ਜੀ ਨੇ, ਜੀ ਕਦੇ ਕਿਸੇ ਤੇ ਚੜ੍ਹਾਈ ਨਹੀਂ ਕੀਤੀ। ਜੀ ਪਰ ਜਿਹੜਾ ਚੜ੍ਹਾਈ ਕਰਕੇ ਆ ਗਿਆ ਜੀ ਉਹਦਾ ਬਥਾੜ ਬਣ ਦਿੱਤਾ। ਜੀ ਉਹਨੂੰ ਫਿਰ ਜਵਾਬ ਦੇਣਾ ਜ਼ਰੂਰੀ ਹੈ। ਜੀ ਉਹ ਇੱਕ ਸੂਰਮ ਗਤੀ ਦਾ ਮਿਸ਼ਨ ਹੈ, ਜੀ ਕਿਉਂਕਿ ਗੁਰੂ ਸਾਹਿਬ ਨੇ ਇਹੋ ਜਿਹਾ ਮਿਸ਼ਨ ਨਹੀਂ ਸਿਖਾਇਆ ਜੀ ਵੀ ਜੇ ਕੋਈ ਇੱਕ ਚਪੇੜ ਮਾਰੇ ਤਾਂ ਤੁਸੀਂ ਦੂਜੀ ਵੀ ਕਰ ਦਿਓ, ਜੀ ਇੱਥੇ ਵੀ ਮਾਰ ਲੈ। ਜੀ ਨਹੀਂ ਨਹੀਂ, ਜੀ ਬਾਪੂ ਜੀ ਥੋੜਾ ਜਿਹਾ ਕਲੀਅਰ, ਫਿਰ ਉਹੀ ਜੋ ਤੈ ਮਾਰਨ ਮੁੱਕੀਆਂ, ਇਹ ਥੋੜਾ ਨਾਲ ਨਾਲ ਆ ਰਿਹਾ, ਇਕੱਠੇ ਦੋਨੇ ਹੀ ਸਵਾਲ ਇਕੱਠੇ ਜਿਹੇ ਹੋ ਗਏ ਇਹ। ਨਹੀਂ ਇਕੱਠੇ ਨਹੀਂ ਹੋਏ। ਜੀ ਭਗਤ ਫਰੀਦ ਜੀ ਨੇ ਜਿਸ ਕਨਸੈਪਟ ਵਿੱਚ ਕਿਹਾ ਜੀ ਉਹ ਇੱਕ ਵੱਖਰਾ ਕਨਸੈਪਟ ਹੈ। ਜੀ ਜੀ ਹਾਂ, ਤੁਹਾਡੇ ਸਵਾਲ ਕਰਨ ਦੇ ਤਰੀਕੇ 'ਚ ਇਕੱਠੇ ਹੋ ਗਏ ਨੇ। ਜੀ ਇਹ ਤੁਹਾਡੀ ਸਵਾਲ ਕਰਨ ਦੀ ਬਿਰਤੀ ਉੱਤੇ ਹੈ, ਉਹਨਾਂ ਦਾ ਤੇ ਉਹ ਬਿਲਕੁਲ ਵਿਲੱਖਣ ਹੈ। ਹਾਂਜੀ ਮੈਂ ਨਹੀਂ, ਜ਼ਿਆਦਾਤਰ ਨਾ ਜਦੋਂ ਕੋਈ ਇਹ ਸਵਾਲ ਕਰਦਾ ਤਾਂ ਨਾਲ ਹੀ ਦੂਸਰੀ ਗੱਲ ਇਹ ਕਰਦੇ ਨੇ ਵੀ ਨਹੀਂ, ਇਹ ਤਾਂ ਇਹ ਚਤੁਰਾਈ ਹੈ। ਹਾਂਜੀ ਇਹ ਆਪਾਂ ਇਹਨੂੰ ਕਿੱਦਾਂ ਫਿਰ ਵੱਖਰਾ ਵੱਖਰਾ ਕਰਕੇ ਆਪਾਂ ਹਾਂ ਹਾਂ, ਇਹਦੇ ਲਈ ਸਾਨੂੰ ਭਗਤ ਫਰੀਦ ਜੀ ਦਾ ਜੀਵਨ ਪੜ੍ਹਨਾ ਪਏਗਾ, ਜੀ ਉਹਨਾਂ ਦੀ ਬਾਣੀ ਪੜ੍ਹਨੀ ਪਏਗੀ, ਜੀ ਔਰ ਉਹਨਾਂ ਦੇ ਫਲਸਫੇ ਨੂੰ ਸਮਝਣਾ ਪਏਗਾ। ਜੀ ਭਗਤ ਜੀ ਇਹ ਵੀ ਕਹਿੰਦੇ ਨੇ, ਆਪ ਸਵਾਰੈ ਜੀ ਮੈਂ ਮਿਲਾਂ, ਜੀ ਜੇ ਤੂੰ ਆਪਣੇ ਆਪ ਨੂੰ ਸਵਾਰ ਲੇਗਾ ਜੀ ਤਾਂ ਤੂੰ ਮੈਨੂੰ ਮਿਲ ਜਾਏਗਾ। ਜੀ ਭਾਵ ਮੈਂ ਤੇ ਤੂੰ ਇੱਕ ਹੋ ਜਾਵਾਂ। ਜੀ ਮੈਂ ਮਿਲਿਆ ਸੁਖ ਹੋਏ। ਜੀ ਫਰੀਦਾ, ਜੇ ਤੂੰ ਮੇਰਾ ਹੋਏ ਰਹੇ, ਜੀ ਸਭ ਜਗ ਤੇਰਾ ਹੋਏ। ਜੀ ਕੁਝ ਨਾ ਕੁਝ ਸਾਡੇ ਅੰਦਰ ਵੀ ਮੈਲ ਹੁੰਦੀ ਹੈ। ਬਿਲਕੁਲ ਜੀ, ਜਦੋਂ ਸਾਡੇ ਅੰਦਰੋਂ ਬਿਲਕੁਲ ਮੈਲ ਮੁੱਕ ਜਾਏ ਜੀ ਫਿਰ ਤਾਂ ਇਹ ਰੱਬ ਬਣ ਗਏ, ਬਿਲਕੁਲ ਬਿਲਕੁਲ ਤੇ ਰੱਬ ਨਾਲ ਕੌਣ ਟੱਕਰ ਲਏਗਾ। ਜੀ ਸਾਡੀ ਬਦਕਿਸਮਤੀ ਇੱਥੋਂ ਸ਼ੁਰੂ ਹੋ ਗਈ ਜੀ ਕਿ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਹੈ, ਜੀ ਅਸੀਂ ਉਹਨੂੰ ਖੋਲ੍ਹਣ ਦਾ ਯਤਨ ਨਹੀਂ ਕਰ ਰਹੇ। ਜੀ ਮੈਂ ਤਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ, ਜੀ ਔਰ ਉਹ ਕੂਕਦੇ ਨੇ, ਕਹਿੰਦੇ ਸਾਡੇ ਪ੍ਰੋਫੈਸਰਾਂ ਨੂੰ ਤੇ ਕੁਝ ਆਉਂਦਾ ਨਹੀਂ, ਜੀ ਉਹਦੇ ਉੱਤੋਂ ਲੰਘ ਜਾਂਦੇ ਨੇ, ਜੀ ਤੇ ਅਸੀਂ ਉਹਦੀ ਗਹਿਰਾਈ ਤੱਕ ਜਾ ਕੇ ਉਹਨਾਂ ਨੂੰ ਸਮਝਾ ਦਿੰਦੇ। ਜੀ ਜੀ ਕਹਿਣ ਦਾ ਮਤਲਬ ਫਰੀਦ ਜੀ ਦਾ ਜਿਹੜਾ ਮਜ਼ਮੂਨ ਹੈ ਜੀ ਉਹਨੂੰ ਅਸੀਂ ਸਮਝੀਏ, ਇਹ ਨਹੀਂ ਬਈ ਕੋਈ ਸ਼ਬਦ ਉੱਥੋਂ ਲੈ ਲਓ, ਕੋਈ ਉੱਥੋਂ ਲੈ ਲਓ, ਕੋਈ ਉੱਥੋਂ ਲੈ ਲਓ, ਜੀ ਕहीं की ईट कहीं का रोड़ा, जी भानुमती का कुंभा जोड़ा। ਇਹਦਾ ਅਸੀਂ ਆਪਣੇ ਆਪ ਲਈ ਆਪ ਮੁਸ਼ਕਲਾਂ ਪੈਦਾ ਕਰ ਲਈ। ਜੀ 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 ਕਨਸੈਪਟ ਦੇਖੋ, ਕਿਸ ਕਨਸੈਪਟ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਕਰਨ। ਜੀ ਮੈਂ ਆਪਣੀ ਹਾਲਤ ਦੱਸਦਾ, ਜੀ ਜਦੋਂ ਅਸੀਂ ਸ਼ਲੋਕ 12 ਤੇ ਵਧੀਕ ਪੜ੍ਹਨੇ, ਜੀ ਉਹਦੇ 'ਚ ਕਹਾਂਦਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੀ ਸਿਰ ਧਰ ਤਲੀ ਗਲੀ ਮਰਿਓ। ਜੀ ਅਸੀਂ ਕਦੇ ਸੋਚਿਆ, ਇਹ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹੋਣਾ ਬਚਨ। ਜੀ ਪਹਿਲੇ ਪਾਤਸ਼ਾਹ ਦਾ ਜੀ, ਸੁਣੋ ਨਾ, ਹਾਂਜੀ ਵਿਚਾਰੇ ਤੋਂ ਬਿਨਾਂ ਨਹੀਂ ਸਮਝਾਂਦੇ। ਜੀ ਜੀ ਜਦੋਂ ਵਿਚਾਰਿਆ ਪਤਾ ਲੱਗਾ ਤੇ ਗੁਰੂ ਨਾਨਕ ਸਾਹਿਬ ਕਹਿ ਰਹੇ, ਜੀ ਕਿਉਂਕਿ ਜੋ ਉਹਨਾਂ ਨੇ ਸਿਧਾਂਤ ਦਿੱਤੇ ਨੇ ਮਨੁੱਖਤਾ ਨੂੰ, ਜੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜੀ ਇਹ ਸਿਰ ਤਲੀ ਤੇ ਧਰਨ ਵਾਲੀ ਗੱਲ ਹੈ। ਜੀ ਜਦੋਂ ਲੋਕਾਂ ਵਿੱਚ ਜ਼ਾਤਾਂ ਪਾਤਾਂ ਹੋਣ, ਵੰਡੀਆਂ ਪਈਆਂ ਹੋਣ, ਜੀ ਇਹੋ ਜਿਹੇ ਸਮੇਂ ਵਿੱਚ ਭਾਈ ਲਾਲੋ ਜੀ ਦੇ ਘਰ, ਜੀ ਇੱਕ ਖੱਤਰੀ ਦੇ ਘਰ ਜਨਮ ਲੈਣ ਵਾਲੇ ਗੁਰੂ ਨਾਨਕ ਸਾਹਿਬ ਦਾ ਜਾ ਕੇ ਟਿਕਣਾ, ਜੀ ਇਹ ਅਚੰਭਾ ਨਹੀਂ, ਇਹ ਸਿਰ ਧਰ ਤਲੀ ਗਲੀ ਮੇਰੀ ਆਓ। ਜੀ
तो ना तो असी उस डुंगाई में जाने ना समझने जी। बा उपर तुरे फिरते बस किंतु परंतु करी जाने। जी जी मैं फिर वही बेनती करांगा तुहाडे चो पता नहीं सवाल का जवाब मिलिया कि नहीं। जी भगत फरीद जी का एक वखरा कनसैप्ट है, जी ਉਹਨੂੰ ਸਮਝਾ ਰਹੇ ਨੇ। जी ਉਹਨੂੰ ਤੁਸੀਂ ਉੱਥੋਂ ਚੁੱਕ ਲਿਆ, ਗੁਰੂ ਗੋਬਿੰਦ ਸਿੰਘ ਦਾ ਇੱਥੋਂ ਚੁੱਕੇ, ਉਹ ਫਿਰ ਆਪੇ ਉਲਝ ਗਏ। ਜੀ ਓਏ ਜਿਹੜਾ ਸਵਾਲ ਕੀ ਨਾ ਕੀਤਾ ਸੀ ਦਵਿੰਦਰ ਸਿੰਘ ਜੀ ਨੇ, ਕੋਈ ਉਹਨਾਂ ਨੇ ਮੈਨੂੰ ਇਸੇ ਤਰ੍ਹਾਂ ਹੀ ਗੱਲ ਕੀਤੀ ਸੀ ਵੀ ਜੇ ਆਪਾਂ ਜੀਵਨ ਵੀ ਦੇਖਦੇ ਹਾਂ ਗੁਰੂ ਸਾਹਿਬਾਨ ਦਾ, ਕਿਉਂਕਿ ਗੁਰੂ ਸਾਹਿਬ ਦਾ ਜੀਵਨ ਦੇਖਣਾ ਤਾਂ ਹੀ ਆਪਣਾ ਜੀਵਨ ਅਸੀਂ ਬਣਾਉਂਦੇ ਹਾਂ। ਤੇ ਗੁਰਬਾਣੀ ਅਸੀਂ ਪੜ੍ਹਦੇ ਹਾਂ ਵੀ ਗੁਰਬਾਣੀ ਸਾਨੂੰ ਇਸ ਤਰ੍ਹਾਂ ਵੀ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਇਹਦੇ 'ਚ ਇੱਕ ਅਹਿੰਸਾ ਤੋਂ ਸਾਨੂੰ ਉਹਨਾਂ ਨੇ ਪਰੇ ਕੀਤਾ, ਜਿੱਦਾਂ ਉਹਨਾਂ ਨੇ ਦੱਸਣ ਦੀ ਸੀ। ਨਹੀਂ, ਅਸਲ 'ਚ ਗੱਲ ਇਹ ਐਸਾ ਗੁਰਦੇਵ ਸਿੰਘ ਜੀ, ਜੀ ਜੀ ਮੈਂ ਤੇ ਰੋਜ਼ ਘੱਟੋ ਘੱਟ 100 ਫੋਨ ਸੁਣਦਾ ਲੋਕਾਂ ਦੇ। ਜੀ ਜੀ ਤੇ ਮੈਂ ਉਹਨਾਂ ਦੀ ਅਗਿਆਨਤਾ ਤੇ ਥੋੜਾ ਹੱਸਦਾ ਵੀ ਹਾਂ। ਜੀ ਉਹ ਕੀ ਕਰਦੇ ਨੇ, ਪਹਿਲੀ ਗੱਲ ਤੇ ਪੂਰਾ ਸ਼ਬਦ ਨਹੀਂ ਪੜ੍ਹਦੇ। ਜੀ ਜੀ ਇੱਕ ਪੰਕਤੀ ਲੈ ਲੈਂਦੇ ਨੇ, ਜੀ ਇੱਕ ਅੱਖਰ ਲੈ ਲੈਂਦੇ ਨੇ, ਜੀ ਇੱਕ ਅੱਖਰ ਉੱਥੋਂ ਲੈ ਲੈਂਦੇ ਨੇ। ਬਿਲਕੁਲ ਜੀ ਫਿਰ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਪੂਰਾ ਸ਼ਬਦ ਪੜ੍ਹਿਆ? ਜੀ ਨਹੀਂ ਜੀ ਉਸ ਤਾਂ ਬਸ। ਮੈਂ ਕਿਹਾ ਪੜ੍ਹੋ। ਜੀ ਜੀ ਉਸੇ ਸ਼ਬਦ ਦੇ ਅੰਦਰ ਜੀ ਉਸ ਗੱਲ ਨੂੰ ਕਲੀਅਰ ਕੀਤਾ ਹੋਇਆ, ਜੀ 100 ਵਿੱਚੋਂ 100%। ਜੀ ਫਿਰ ਉਹ ਜਦੋਂ ਪੜ੍ਹਦੇ ਨੇ ਕਹਿੰਦੇ ਉਹ ਹੁਣ ਸਮਝ ਆ ਗਈ। ਜੀ ਇਹ ਬਿਰਤੀ ਬਣਾਉਣੀ ਪਵੇਗੀ। ਜੀ ਜੀ ਹਰ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੀ ਮੁਕੰਮਲ ਤੌਰ ਤੇ, ਐਵੇਂ ਨਹੀਂ ਗੁਰੂ ਦੀ ਪਦਵੀ ਦਿੱਤੀ ਗਈ। ਜੀ ਗੁਰੂ ਅਧੂਰਾ ਨਹੀਂ ਹੁੰਦਾ, ਜੀ ਗੁਰੂ ਪੂਰਾ ਹੁੰਦਾ। ਜੀ ਜੀ ਗੁਰੂ ਸਿੱਖ ਦੇ ਅੰਦਰੋਂ ਹਰ ਔਗੁਣ ਕੱਢ ਦਿੰਦਾ। ਜੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਜੀ ਸੇਵਕ ਕੋ ਗੁਰ ਸਦਾ ਦਇਆਲ। ਜੀ ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਜੀ ਗੁਰ ਬਚਨੀ ਹਰ ਨਾਮ ਉਚਰੈ। ਜੀ ਸਤਿਗੁਰ ਸਿੱਖ ਕੇ ਬੰਧਨ ਘਟੈ, ਜੀ ਗੁਰ ਕਾ ਸਿੱਖ ਵਿਕਾਰ ਤੇ ਹਟ ਹਟ। ਜੀ ਗੁਰੂ ਸਮਰੱਥ ਹੈ। ਜੀ ਅਸੀਂ ਐਸੀ ਗਲਤੀ ਕਰਕੇ ਗੁਰੂ ਤੇ ਇੱਕ ਤਰ੍ਹਾਂ ਸ਼ੰਕਾ ਕਰ ਰਹੇ ਹਾਂ ਜੀ ਕਿ ਜੀ ਉੱਥੇ ਇਹ ਲਿਖਿਆ ਜੀ, ਇੱਥੇ ਇਹ ਲਿਖਿਆ ਜੀ। ਜੀ ਜੀ ਕਮੀ ਸਾਡੀ ਆਪਣੀ ਹੈ ਜੀ ਕਿ ਅਸੀਂ ਉਸ ਸ਼ਬਦ ਨੂੰ ਜੀ ਵਿਚਾਰਿਆ ਨਹੀਂ, ਜੀ ਉਹਦੀ ਗਹਿਰਾਈ ਵਿੱਚ ਗਏ ਨਹੀਂ। ਜੀ ਹਰ ਸ਼ਬਦ ਦੇ ਅੰਦਰ ਮੁਕੰਮਲ ਗੱਲ ਲਿਖੀ ਹੋਈ। ਜੀ ਉਹ ਆਪਣਾ ਜਿਹੜਾ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਸੀ, ਮੈਂ ਕਈ ਆਪਣੇ ਜਿਹੜੇ ਮੇਰੇ ਦੋਸਤ ਮਿੱਤਰ ਨੇ ਮੈਂ ਉਹਨਾਂ ਨਾਲ ਵੀ ਸ਼ੇਅਰ ਕੀਤਾ ਵੀ ਤੁਹਾਡੇ ਵੱਲੋਂ ਦੱਸਿਆ ਵੀ ਬਾਪੂ ਜੀ ਸਪੈਸ਼ਲਿਸਟ ਪ੍ਰੋਗਰਾਮ ਵਿੱਚ ਆਉਂਦੇ ਨੇ ਤੇ ਉਹ ਸਵਾਲਾਂ ਦੇ ਜਵਾਬ ਦਿੰਦੇ ਨੇ, ਤਾਂ ਮੈਨੂੰ ਸਹਿਜ ਦਿੰਦਾ ਵੀ ਤੁਹਾਡਾ ਵੀ ਕੋਈ ਸਵਾਲ ਇਸ ਤਰ੍ਹਾਂ ਦਾ ਕੋਈ ਹੋਵੇ ਗੁਰਬਾਣੀ ਨਾਲ ਰਿਲੇਟਡ। ਉਹਨਾਂ ਨੇ ਪੂਰੀ ਗੱਲ ਹੀ ਨਹੀਂ ਸੁਣੀ। ਨਾ ਗੁਰਬਾਣੀ ਤੇ ਕੋਈ ਕਹਿੰਦੇ ਸਵਾਲ ਹੀ ਨਹੀਂ ਹੋ ਸਕਦਾ, ਗੁਰਬਾਣੀ ਤੇ ਕਿੰਤੂ ਕਾਹਦਾ ਕਹਿੰਦੇ। ਫਿਰ ਉਹ ਮੈਂ ਕਿਹਾ ਫਿਰ ਮੈਨੂੰ ਆਪਣੇ ਆਪ ਨੂੰ ਖੁਦ ਨੂੰ ਲੱਗਣ ਲੱਗ ਪਿਆ ਵੀ ਯਾਰ ਵੀ ਹਾਂਜੀ ਅਸੀਂ ਇਹਨੂੰ ਜਿਗਿਆਸਾ ਕਹਿੰਦੇ ਆ। ਜੀ ਜੀ ਦੇਖੋ ਹੈ ਦੋਵੇਂ ਤਰ੍ਹਾਂ ਦੇ ਲੋਕ, ਜੀ ਜਿਗਿਆਸੂ ਵੀ ਆਉਂਦੇ ਨੇ, ਜੀ 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 ਪਰ ਉਹ ਵੀ ਆਉਂਦੇ ਨੇ ਜਿਹੜੇ ਕਿੰਤੂ ਪਰੰਤੂ ਕਰਨ ਵਾਲੇ। ਜੀ ਤਾਂ ਉਹਨਾਂ ਦੀ ਝੋਲੀ ਫਿਰ ਉਹੀ ਚੀਜ਼ ਪੈਂਦੀ ਹੈ। ਜੀ ਜੀ ਜਿਹੜੇ ਜਿਗਿਆਸੂ ਨੇ ਜੀ ਉਹ ਗੁਰੂ ਕੋਲੋਂ ਗਿਆਨ ਦੀ ਪ੍ਰਾਪਤੀ ਕਰਦੇ ਨੇ। ਜੀ ਜਿਹੜੇ ਕਿੰਤੂ ਪਰੰਤੂ ਵਾਲੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਚੁੰਚ ਗਿਆਨੀ। ਜੀ ਉਹ ਬਹੁਤ ਚੁੰਝਾਂ ਹੀ ਲੜਾਉਂਦੇ ਨੇ, ਅੰਦਰ ਨਹੀਂ ਜਾਂਦੇ, ਜੀ ਉਹ ਖਾਲੀ ਰਹਿ ਜਾਂਦੇ। ਜੀ ਜੀ ਸਾਨੂੰ ਹਮੇਸ਼ਾ ਇਹੋ ਜਿਹੀ ਬਿਰਤੀ ਬਣਾਉਣੀ ਚਾਹੀਦੀ ਹੈ, ਜੀ ਗੁਣ ਗਰਾਹੀ। ਜੀ ਸਾਡੇ ਸਤਿਗੁਰੂ ਨੇ ਕਿਹਾ ਜੀ ਗੁਣਾ ਕਾ ਹੋਵੇ ਵਾਸਲਾ, ਜੀ ਕੱਢ ਵਾਸ ਲਈ ਜੈ। ਜੀ ਜੇ ਗੁਣ ਹੋਮਣ ਸਾਜਣਾ ਮਿਲ ਸਾਂਝ ਕਰੀ ਜੈ। ਇਨਸਾਨ ਸਾਂਝ ਕਰੀ ਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀਐ। ਜੀ ਜੀ ਉਹ ਬਿਰਤੀ ਉਹਨਾਂ 'ਚ ਹੁੰਦੀ ਨਹੀਂ। ਜੀ ਹੁਣ ਅੱਜ ਜਿਵੇਂ ਤੁਸੀਂ ਆਪ ਹੀ ਕਹਿਤਾ, ਜੀ ਨਹੀਂ ਜੀ ਗੁਰਬਾਣੀ ਤੇ ਕੋਈ ਨਹੀਂ। ਜੀ ਗੁਰਬਾਣੀ ਨੂੰ ਸਮਝਣ ਲਈ ਤੇ ਸਾਨੂੰ ਚਾਹੀਦਾ ਨਾ। ਬਿਲਕੁਲ ਗੁਰਬਾਣੀ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਤੇ ਨਾ ਕਰਨਾ ਚਾਹੀਦਾ। ਬਿਲਕੁਲ ਹਮੇਸ਼ਾ ਅਸੀਂ ਹਾਂ ਅਲਪੱਗ, ਬਿਲਕੁਲ ਗੁਰੂ ਹੈ ਸਰਬੱਗ। ਜੀ ਤੇ ਅਲਪੱਗ ਜਿਹੜਾ ਉਹ ਸਰਬੱਗ ਨੂੰ ਕਿਵੇਂ ਸਮਝੇਗਾ? ਜੀ ਉਹਦੇ ਅੰਦਰ ਭਾਵਨਾ ਆਵੇ, ਉਹ ਆਪਣੇ ਅਹੰਕਾਰ ਦੇ ਕਿੰਗਰੇ ਨੂੰ ਥੱਲੇ ਲਿਆਵੇ, ਜੀ ਫੇਰ ਗੁਰੂ ਦੀ ਗੱਲ ਸਮਝਾਂਦੀ। ਜੀ ਸੋ ਇਹ ਜਿਹੜਾ ਪ੍ਰੋਗਰਾਮ ਹੈ ਗੁਰਬਾਣੀ ਗਿਆਨ, ਇਹ ਸਾਰਾ ਉਹਨਾਂ ਗੁਰਸਿੱਖਾਂ ਗੁਰ ਪਿਆਰਿਆਂ ਲਈ ਹੈ ਜਿਹੜੇ ਜਿਗਿਆਸਾ ਰੱਖਦੇ ਨੇ ਗੁਰਬਾਣੀ ਦੀ।
ਸੋ ਇਹ ਕੋਈ ਕਿੰਤੂ ਪਰੰਤੂ ਵਾਲਾ ਪ੍ਰੋਗਰਾਮ ਨਹੀਂ ਹੈ ਵੀ ਆਪਾਂ ਕਿੰਤੂ ਕਰ ਰਹੇ ਹਾਂ ਜਾਂ ਗੁਰਬਾਣੀ ਦਾ ਸਾਨੂੰ ਸਾਰਿਆਂ ਨੂੰ ਨਹੀਂ ਪਤਾ ਹੁੰਦਾ। ਬਹੁਤ ਸਾਰੇ ਬੰਦਿਆਂ ਨੂੰ ਪਤਾ ਹੋਏਗਾ, ਠੀਕ ਹੈ, ਬਹੁਤ ਸਾਰੇ ਬੰਦਿਆਂ ਨੂੰ ਜਿਗਿਆਸਾ ਹੁੰਦੀ ਹੈ ਵੀ ਸਾਨੂੰ ਅਸੀਂ ਆਹ ਸ਼ਬਦ ਸਮਝੀਏ, ਇਸ ਸ਼ਬਦ ਦੇ ਕੀ ਅਰਥ ਹੋਣਗੇ। ਇਹਦੇ ਕਈ ਜਗ੍ਹਾ ਅਸੀਂ ਅਰਥ ਸੁਣ ਜਾਂਦੇ ਹਾਂ ਅਤੇ ਸਾਡੇ ਮਨ ਦੇ ਵਿੱਚ ਕੁਛ ਅਰਥ ਹੋਰ ਚੱਲਦੇ ਹੁੰਦੇ ਆ, ਤਾਂ ਉਦੋਂ ਆਪਾਂ ਨੂੰ ਲੱਗਦਾ ਹੈ ਵੀ ਨਹੀਂ ਇਹਦੇ ਅਰਥ ਮੈਨੂੰ ਜਾਣਨੇ ਚਾਹੀਦੇ। ਤਾਂ ਐਸੇ ਜਿਹੜੇ ਜਗਿਆਸੂ ਸਿੱਖ ਨੇ, ਗੁਰਮੁਖ ਪਿਆਰੇ ਨੇ, ਉਹਨਾਂ ਲਈ ਇਹ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਹੈ। ਤਾਂ ਇਸ ਪ੍ਰੋਗਰਾਮ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ। ਅਤੇ ਪ੍ਰੋਗਰਾਮ ਦਾ ਜਿਹੜਾ ਹੈ ਸਮਾਂ ਜਿਹੜਾ ਹੈ ਆਪਣੇ ਅੰਤਿਮ ਸਮੇਂ ਵੱਲ ਜਾ ਰਿਹਾ ਹੈ। ਅਤੇ ਅੱਜ ਅਸੀਂ ਜਿਹੜਾ ਹੈ ਬਾਣੀ ਦੀ ਸੰਥਿਆ, ਘਰ ਤੋਂ ਭਾਵ ਅਤੇ ਸ਼ਬਦ ਵਿੱਚ ਵੱਖ-ਵੱਖ ਜਿਹੜੇ ਰਹਾਉ ਆਉਂਦੇ ਆ ਉਹਨਾਂ ਨਾਲ ਸੰਬੰਧਿਤ ਇੱਕ ਡਿਟੇਲ ਨਾਲ ਬਾਪੂ ਜੀ ਨੇ ਸਮਝਾਇਆ ਹੈ। ਅਤੇ ਜੋ ਉਹਨਾਂ ਦਾ ਇੱਕ ਤਜਰਬਾ, ਵੱਡਾ ਤਜਰਬਾ ਉਹਨਾਂ ਦਾ ਸੀ, ਉਸ ਤਜਰਬੇ ਦੇ ਵਿੱਚ ਉਹਨਾਂ ਨੇ ਇਹ ਸਾਰੇ ਸਵਾਲ ਜਿਹੜੇ ਹੈ ਸਵਾਲਾਂ ਦੇ ਜਵਾਬ ਜਿਹੜੇ ਦਿੱਤੇ ਹੈ। ਜ਼ਰੂਰੀ ਨਹੀਂ ਹੁੰਦਾ ਕਿ ਹਰ ਸਵਾਲ ਦਾ ਜਵਾਬ ਜਿਹੜਾ ਹੈਗਾ ਸਿਰੇ ਪੂਰਾ ਗੁਰਬਾਣੀ ਅਥਾਹ ਹੈ। ਜਿੱਦਾਂ ਬਾਪੂ ਜੀ ਨੇ ਵੀ ਦੱਸਿਆ ਹੈ ਕਿ ਗੁਰਬਾਣੀ ਜਿਹੜੀ ਹੈ ਇੱਕ ਸਮੁੰਦਰ ਦੀ ਨਿਹਾਈ ਹੈ। ਜਿੰਨਾ ਕੁ ਸਾਡਾ ਦਿਮਾਗ ਹੈ, ਜਿੰਨਾ ਕੁ ਸਾਡਾ ਦਿਮਾਗ ਰੋਸ਼ਨ ਹੈ, ਉਨੀ ਕੁ ਅਸੀਂ ਗੱਲ ਕਰ ਸਕਦੇ ਹਾਂ। ਅਤੇ ਇਹ ਇੱਕ ਵਿਚਾਰ ਹੀ ਹੈ। ਹੋ ਸਕਦਾ ਤੁਸੀਂ ਸੁਣਨ ਵਾਲੇ ਸਾਡੇ ਤੋਂ ਜ਼ਿਆਦਾ ਗਿਆਨੀ ਹੋਣਗੇ, ਤੁਹਾਨੂੰ ਜ਼ਿਆਦਾ ਗਿਆਨ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਹੈ ਵੀ ਸਾਨੂੰ ਸਾਰਾ ਹੀ ਕੁਝ ਪਤਾ ਹੈ। ਇਹ ਤਾਂ ਸਾਡਾ ਇੱਕ ਇਹ ਉਦਮ ਹੈ, ਅਸੀਂ ਇੱਕ ਥੋੜ੍ਹਾ ਜਿਹਾ ਛੋਟਾ ਜਿਹਾ ਇੱਕ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਅਤੇ ਯਤਨ ਕਰ ਰਹੇ ਹਾਂ। ਸੋ ਇਸ ਕਰਕੇ ਤੁਸੀਂ ਸਾਡਾ ਸਹਿਯੋਗ ਦਿਓ ਇਸ ਪ੍ਰੋਗਰਾਮ ਦੇ ਵਿੱਚ। ਜੇ ਤੁਹਾਨੂੰ ਕੁਛ ਲੱਗਦਾ ਵੀ ਅਸੀਂ ਸਾਡਾ ਕੋਈ ਵਿਚਾਰ ਜਿਹੜਾ ਹੈ ਤੁਹਾਨੂੰ ਉਹਦੇ ਸੰਬੰਧ 'ਚ ਕੋਈ ਗੱਲ ਕਰਨੀ, ਤੁਸੀਂ ਉਹਦੇ ਬਾਰੇ ਵੀ ਕਾਲ ਕਰ ਸਕਦੇ ਹੋ, ਸਾਨੂੰ ਦੱਸ ਸਕਦੇ ਹੋ। ਸਾਡਾ ਵੀ ਮਾਰਗ ਰੋਸ਼ਨ ਹੋਏਗਾ। ਅਸੀਂ ਵੀ ਉਸ ਤੋਂ ਕੁਛ ਬੰਦਾ ਹਮੇਸ਼ਾ ਸਾਰੀ ਉਮਰ ਸਿੱਖਦਾ ਰਹਿੰਦਾ। ਸਾਡਾ ਤਾਂ ਗੁਰੂ ਸਾਹਿਬ ਨਾ ਹੀ ਸਿੱਖ ਇਸੇ ਕਰਕੇ ਵੀ ਸਿੱਖ ਦਾ ਹੀ ਰਹਿੰਦਾ ਇੱਕ ਸਿੱਖ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਜਿਹੜੇ ਇਸ ਪ੍ਰੋਗਰਾਮ ਨਾਲ ਜੁੜੇ ਨੇ ਉਹਨਾਂ ਦਾ ਬੜਾ ਧੰਨਵਾਦ ਹੈ। ਅਤੇ ਜਿਵੇਂ ਆਖਦੇ ਨੇ ਔਰ ਜਿਨ੍ਹਾਂ ਨੂੰ ਇਹ ਪ੍ਰੋਗਰਾਮ ਨਹੀਂ ਅਜੇ ਜੁੜ ਸਕੇ ਨੇ, ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕਰਦੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੱਧ ਤੋਂ ਵੱਧ ਸੰਗਤ ਤੱਕ ਪਹੁੰਚ ਸਕੇ। ਜਿਹੜੇ ਜਿਗਿਆਸੂ ਨੇ, ਜਿਹੜੇ ਸੱਚਮੁੱਚ ਹੀ ਇਸ ਆਪਣਾ ਗੁਰਬਾਣੀ ਦੇ ਬਾਰੇ ਜਾਣਨਾ ਚਾਹੁੰਦੇ ਨੇ, ਗੁਰਬਾਣੀ ਦੀ ਵਿਆਕਰਨ ਦੇ ਬਾਰੇ, ਗੁਰਬਾਣੀ ਦੇ ਉਚਾਰਨ ਦੇ ਬਾਰੇ, ਜਾਂ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਮਨ ਦੇ ਵਿੱਚ ਜਿਹਨਾਂ ਨੂੰ ਵਿਚਾਰ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਤੱਕ ਇਹ ਪ੍ਰੋਗਰਾਮ ਪਹੁੰਚ ਸਕੇ। ਸੋ ਅੱਜ ਦਾ ਜਿਨ੍ਹਾਂ ਨੇ ਸਵਾਲ ਕੀਤੇ ਸੀ ਉਹਨਾਂ ਨੂੰ ਵੀ ਆਪਣੇ ਸਵਾਲਾਂ ਦੇ ਜਿਹੜੇ ਜਵਾਬ ਉਹ ਮਿਲ ਗਏ ਹੋਣਗੇ। ਅਤੇ ਅਸੀਂ ਆਸ ਕਰਦੇ ਹਾਂ ਵੀ ਸਾਰਿਆਂ ਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਸਾਡੇ YouTube ਚੈਨਲ 'ਤੇ ਜਾ ਕੇ ਉੱਥੇ ਤੁਸੀਂ ਲਿੰਕ 'ਤੇ ਜਾ ਕੇ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ। ਅਤੇ ਕਾਲ 'ਤੇ ਵੀ ਸਾਨੂੰ ਆਪਣਾ WhatsApp ਵੀ ਸਾਨੂੰ ਆਪਣਾ ਕਰ ਸਕਦੇ ਹੋ। ਅਤੇ ਅਗਲੇ ਨੈਕਸਟ ਜਿਹੜਾ ਪ੍ਰੋਗਰਾਮ ਆ ਸਾਡਾ ਨੈਕਸਟ ਵੀਕ ਸੰਡੇ ਨੂੰ 7 ਤੋਂ 8 ਵਜੇ ਫਿਰ ਇਸੇ ਟਾਈਮ ਇਹ ਪ੍ਰੋਗਰਾਮ ਆਏਗਾ। ਉਹਦੇ ਵਿੱਚ ਵੀ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਅਤੇ ਸਵਾਲ ਜਵਾਬ ਕਰਦੇ ਹਾਂ, ਬਹੁਤ ਸਾਰੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਤਾਂ ਇਹ ਸਾਰੀ ਸੰਗਤ ਤੇ ਗੁਰੂ ਸਾਹਿਬ ਤੋਂ ਖਿਮਾ ਦੇ ਜਾਚਕਾਂ ਤਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।